ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤੈਂ ਗਤ ਦਿਨ ਗੁਰੂ ਤਬ ਬੋਲੇ। ਹਮੇ ਦਿਖਾਵੋ ਗਠਰੀ ਖੋਲੇ। ਸੁਨ ਕੰਦੇ ਤੇ ਤਾਹੇ ਉਤਾਰੀ। ਖੋਲ ਗੰਠ ਧਰ ਦੀਨ ਅਗਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰ ਰਹੇ ਹਨ। ਅਨੇਕਾਂ ਥਾਵਾਂ ਦਾ ਭਰਮਣ ਕਰ ਰਹੇ ਨੇ, ਰਟਨ ਕਰ ਰਹੇ ਨੇ।
ਖੇਤਾਂ ਵਿੱਚ ਬੈਠੇ ਇੱਕ ਬਾਲਕ ਤੇ ਦਇਆ ਦ੍ਰਿਸ਼ਟੀ ਕੀਤੀ। ਉਹਦੀ ਭਾਵਨਾ ਵੇਖ ਕੇ ਮੁਖੋਂ ਬਚਨ ਕਹੇ, ਆਓ ਬਹੋ ਸੁਲਤਾਨ। ਪਾਤਸ਼ਾਹ ਦੇ ਬਚਨ ਕਹਿਣ ਦੀ ਦੇਰੀ ਸੀ। ਅਗਲੇ ਦਿਨ ਹੀ ਉਸ ਬਾਲਕ ਨੂੰ ਨਗਰ ਦਾ ਰਾਜ ਭਾਗ ਪ੍ਰਾਪਤ ਹੁੰਦਾ ਹੈ। ਇੱਥੋਂ ਅੱਗੇ ਵਧੇ ਨੇ। ਰਸਤੇ 'ਚ ਟੁਰੇ ਜਾਂਦਿਆਂ ਇੱਕ ਡੱਗੀ ਵਾਲਾ ਵਪਾਰੀ ਸਤਿਗੁਰਾਂ ਨੂੰ ਮਿਲਿਆ। ਉਹਨੂੰ ਰੋਕ ਕੇ ਸਤਿਗੁਰਾਂ ਨੇ ਪੁੱਛਿਆ, ਕੌਣ ਹੈ? ਕਹਿੰਦਾ, ਜੀ ਮੈਂ ਵਪਾਰੀ ਹਾਂ, ਪਿੰਡ ਪਿੰਡ 'ਚ ਫਿਰ ਕੇ ਵਣਜ ਕਰਦਾ ਹਾਂ। ਮਹਾਰਾਜ ਜੀ ਕਹਿੰਦੇ, ਦੱਸ ਤੇਰੀ ਇਸ ਪੰਡ 'ਚ ਕੀ ਹੈ? ਸਤਿਗੁਰਾਂ ਦਾ ਬਚਨ ਸੁਣ ਕੇ ਉਹ ਪਾਂਡੇ ਨੇ ਖੋਲ੍ਹੀ ਹੈ ਔਰ ਪਾਤਸ਼ਾਹ ਨੂੰ ਵਿਖਾ ਰਿਹਾ ਹੈ। ਇਸ ਵਪਾਰੀ ਤੇ ਦਇਆ ਦ੍ਰਿਸ਼ਟੀ ਕਰਕੇ ਇਹਨੂੰ ਜਿਵੇਂ ਸਤਿਗੁਰੂ ਜੀ ਕਿਰਤਾਰਥ ਕਰ ਰਹੇ ਨੇ, ਉਹ ਪ੍ਰਸੰਗ ਆ ਰਿਹਾ ਹੈ। ਸਤਿਗੁਰੂ ਜੀ ਬੜੇ ਦਿਆਲੂ ਨੇ, ਕਿਰਪਾਲੂ ਨੇ, ਮਿਹਰਬਾਨ ਨੇ। ਪਤਾ ਨਹੀਂ ਕਿਸ ਵੇਲੇ, ਕਦੋਂ ਤੇ ਕਿਸ ਤੇ ਰੀਝ ਪੈਣ, ਪ੍ਰਸੰਨ ਹੋ ਜਾਣ ਔਰ ਉਹਦੇ ਕਪਾਟ ਖੋਲ ਦੇਣ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੈਂ ਗਤ ਦੀਨ ਗੁਰੂ ਤਬ ਬੋਲੀ। ਮੁਕਤੀ ਦੇਣ ਵਾਸਤੇ ਉਸ ਵਪਾਰੀ ਨੂੰ, ਕਲਿਆਣ ਬਖਸ਼ਣ ਵਾਸਤੇ, ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਹਮੇ ਦਿਖਾਵੋ ਗਠਰੀ ਖੋਲੀ। ਆਖਿਆ, ਵਪਾਰੀ ਜੀ ਖੋਲੋ ਇਸ ਗੰਢ ਨੂੰ ਜਿਹੜੀ ਮੋਢੇ ਤੇ ਰੱਖੀ ਹੋਈ ਹੈ, ਖੋਲ ਕੇ ਵਿਖਾਓ ਇਹਦੇ ਵਿੱਚ ਕੀ ਹੈ। ਸੁਨ ਕੰਦੇ ਤੇ ਤਾਏ ਉਤਾਰੀ। ਸਤਿਗੁਰੂ ਜੀ ਦਾ ਬਚਨ ਸੁਣਦਿਆਂ ਇਹਨੇ ਉਹ ਗੰਢ ਉਤਾਰ ਕੇ ਮੋਢੇ ਤੋਂ ਥੱਲੇ ਭੁਏ ਰੱਖੀ ਹੈ। ਖੋਲ ਗੰਟ ਤਰ ਦੀਨ ਅਗਾਰੀ। ਔਰ ਉਸ ਪੰਡ ਨੂੰ ਖੋਲ ਕੇ ਮਹਾਰਾਜ ਜੀ ਦੇ ਸਨਮੁਖ ਰੱਖ ਦਿੱਤਾ। ਤੋਲਨ ਹਿਤ ਜੇ ਪਾਹਨ ਪਾਏ। ਉਹਦੇ ਵਿੱਚ ਜਿੱਥੇ ਮਿਰਚਾਂ ਜਾਂ ਤੇਲ ਆਦਿਕ ਜਾਂ ਰੂਹ ਆਦਿਕ ਸੀ, ਉੱਥੇ ਉਹਦੇ ਵਿੱਚ ਪੱਥਰ ਵੀ ਪਏ ਹੋਏ ਸੀ, ਪਾਹਨ, ਜਿਨ੍ਹਾਂ ਨਾਲ ਇਹ ਤੋਲ ਕੇ ਦਿੰਦਾ ਸੀ ਸਮਾਨ ਸਾਰਾ। ਉਸ ਗੰਢ ਦੇ ਵਿੱਚ ਪੱਥਰ ਵੀ ਪਏ ਹੋਏ ਨੇ, ਉਹ ਵੱਟੇ ਵੀ ਪਏ ਹੋਏ ਨੇ। ਸ਼੍ਰੀ ਪ੍ਰਭ ਨੇ ਸੋ ਹਾਥ ਉਚਾਈ। ਉਹਨਾਂ ਵਿੱਚੋਂ ਇੱਕ ਇੱਕ ਵੱਟਾ ਸਤਿਗੁਰੂ ਜੀ ਆਪਣਿਆਂ ਸੋਹਣਿਆਂ ਹੱਥਾਂ ਵਿੱਚ ਚੁੱਕਦੇ ਹਨ। ਪੂਜਨ ਕੀ ਹਿਤ ਗਿਰਾ ਉਚਾਰੀ। ਪਹਿਲਾਂ ਇੱਕ ਵੱਟਾ ਚੁੱਕਿਆ ਤੇ ਚੁੱਕ ਕੇ ਉਸ ਵਪਾਰੀ ਨੂੰ ਪੁੱਛਣ ਵਾਸਤੇ ਮਹਾਰਾਜ ਜੀ ਬੋਲੇ, ਇਨਕੋ ਨਾਉ ਬਤਾਓ ਵਪਾਰੀ। ਮਹਾਰਾਜ ਜੀ ਏਦਾਂ ਪੁੱਛਦੇ ਆ ਜਿਵੇਂ ਸਾਹਿਬ ਨੂੰ ਕੁਝ ਪਤਾ ਹੀ ਨਾ ਹੋਵੇ। ਉਸ ਵਪਾਰੀ ਨੂੰ ਪੁੱਛਦੇ ਵੀ ਇਹ ਜਿਹੜਾ ਪੱਥਰ ਹੈ, ਵੱਟਾ, ਇਹਦਾ ਨਾਂ ਦੱਸ। ਦੋਹਰਾ ਪੰਜ ਸਿਰ ਦੋ ਸਿਰ ਇੱਕ ਸਿਰ ਇੱਕ ਇਹ ਆਹੇ। ਇੱਕ ਇੱਕ ਵੱਟਾ ਮਹਾਰਾਜ ਜੀ ਚੁੱਕਦੇ ਤੇ ਪੁੱਛਦੇ ਵਪਾਰੀ, ਇਹ ਕੀ ਹੈ? ਕਹਿੰਦਾ, ਜੀ ਇਹ 5 ਸੇਰ ਦਾ ਵੱਟਾ ਹੈ। ਦੂਜੇ ਵੱਲ ਇਸ਼ਾਰਾ ਕੀਤਾ, ਮਹਾਰਾਜ ਜੀ ਨੇ ਫਿਰ ਪੁੱਛਿਆ, ਕਹਿੰਦਾ, ਜੀ ਇਹ 2 ਸੇਰ ਦਾ ਹੈ। ਤੀਜੇ ਵੱਲ ਇਸ਼ਾਰਾ ਕੀਤਾ, ਕਹਿਣ ਲੱਗਾ, ਜੀ ਇਹ 1 ਸੇਰ ਦਾ ਵੱਟਾ ਹੈ। ਪਾਓ ਏਕ ਕੋ ਨਾਉ ਹੈ ਜੋ ਤੁਮਰੇ ਕਰ ਮਾਏ। ਜਿਹੜਾ ਸਭ ਤੋਂ ਛੋਟਾ ਵੱਟਾ ਸੀ, ਉਹ ਮਹਾਰਾਜ ਜੀ ਨੇ ਆਪਣੇ ਹੱਥਾਂ 'ਚ ਫੜਿਆ ਹੋਇਆ। ਵਪਾਰੀ ਕਹਿਣ ਲੱਗਾ, ਮਹਾਰਾਜ ਜੀ ਜਿਹੜਾ ਪਾਵਨ, ਇਹ ਜਿਹੜਾ ਵੱਟਾ ਆਪ ਜੀ ਦੇ ਹੱਥਾਂ ਵਿੱਚ ਹੈ,
ਇਹ ਸਭ ਤੋਂ ਛੋਟਾ ਵੱਟਾ, ਇਹਨੂੰ ਪਾਈਆ ਕਹਿੰਦੇ ਹਨ। ਇਹ ਇੱਕ ਪਾਉ ਹੈ। ਬਾਕੀ ਇਹ ਵੱਟੇ ਜਿਹੜੇ ਵੱਡੇ ਨੇ, ਇੱਕ 5 ਸੇਰ ਦਾ ਹੈ, ਇੱਕ 2 ਸੇਰ ਦਾ ਹੈ, ਇੱਕ 1 ਸੇਰ ਦਾ ਹੈ। ਜਿਹੜਾ ਆਪ ਜੀ ਦੇ ਸੋਹਣਿਆਂ ਦਸਤ ਕਮਲਾਂ ਵਿੱਚ ਹੈ ਮਹਾਰਾਜ, ਇਹ ਵੱਟਾ ਪਾਈਆ ਦਾ ਹੈ। ਚੌਪਈ ਸੁਨ ਗੁਰ ਕਹੇ ਧਨ ਇਹ ਪਾਉ। ਸੁਣ ਕੇ ਸਤਿਗੁਰੂ ਜੀ ਪਾਤਸ਼ਾਹ ਜੀ ਬੋਲੇ, ਕਹਿੰਦੇ ਵਪਾਰੀ ਜੀ, ਇਹ ਜਿਹੜਾ ਸਭ ਤੋਂ ਛੋਟਾ ਵੱਟਾ ਹੈ, ਜਿਹਨੂੰ ਪਾਉ ਕਿਹਾ ਜਾ ਰਿਹਾ ਹੈ, ਇਹ ਧਨ ਨਾ ਹੋਇਆ। ਇਹ ਵੱਟਾ ਜਿਹੜਾ ਸਭ ਤੋਂ ਛੋਟਾ ਪਾਉ ਹੈ, ਇਹ ਧਨ ਹੈ। ਜਿਨੇ ਆਪਣੋ ਲਘੂ ਨਾਮ ਤਰਾਉ। ਇਹ ਧਨ ਤਾਂ ਹੈ ਕਿਉਂਕਿ ਇਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਰਖਾਇਆ, ਛੋਟਾ ਨਾਮ ਰਖਾਇਆ। ਬਾਕੀ 5 ਸੇਰ, 2 ਸੇਰ, ਸੇਰ ਦੇ ਵੱਡੇ ਵੱਟੇ ਨੇ। ਇਹ ਪਾਉ ਛੋਟਾ, ਇਹ ਧਨ ਹੈ ਜਿਹਨੇ ਆਪਣੇ ਆਪ ਨੂੰ ਛੋਟਾ ਗਣਾਇਆ ਹੈ। ਪੂਜਨ ਜੋਗ ਏਈ ਹਮ ਜਾਨਾ। ਜਿਹੜਾ ਸਭ ਤੋਂ ਛੋਟਾ ਹੋ ਜਾਂਦਾ ਵਪਾਰੀ ਜੀ, ਉਹੀ ਸਭ ਦੇ ਸਤਿਕਾਰਯੋਗ ਹੋ ਕੇ ਪੂਜਨੀਕ ਹੋ ਜਾਂਦਾ ਹੈ। ਜਿਹੜਾ ਪਾਤਸ਼ਾਹ ਬਚਨਾਂ ਵਿੱਚੋਂ ਬਚਨ ਸਮਝਾ ਰਹੇ ਨੇ ਵਪਾਰੀ ਨੂੰ, ਮਹਾਰਾਜ ਜੀ ਕਹਿੰਦੇ ਜਿਹੜਾ ਸਭ ਤੋਂ ਛੋਟਾ ਹੋ ਜਾਂਦਾ ਉਹੀ ਪੂਜਣ ਯੋਗ ਹੋ ਜਾਂਦਾ ਹੈ। ਸੁਨੋ ਕਾਨ ਦੇ ਕਰ ਮਰਦਾਨਾ। ਭਾਈ ਮਰਦਾਨਾ ਜੀ ਲਾਗੇ ਖੜੇ ਸਨ, ਉਹਨਾਂ ਨੂੰ ਵੀ ਮਹਾਰਾਜ ਜੀ ਕਹਿਣ ਲੱਗੇ, ਇਸ ਬਿਦ ਬਚਨ ਵਪਾਰੀ ਸੁਨੇ। ਭਾਈ ਮਰਦਾਨਾ ਜੀ ਵੀ ਕੋਲ ਸੁਣ ਰਹੇ ਸੀ। ਜਦੋਂ ਸਤਿਗੁਰਾਂ ਨੇ ਕਿਹਾ ਨਾ ਵੀ ਇਹ ਧਨ ਹੈ ਜਿਹੜਾ ਸਭ ਤੋਂ ਛੋਟਾ ਹੈ, ਪੂਜਣ ਯੋਗ ਹੈ, ਵਪਾਰੀ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਭਾਈ ਮਰਦਾਨਾ ਜੀ ਵੀ ਕੋਲ ਬੈਠੇ ਸੁਣ ਰਹੇ ਨੇ। ਪੂਰਨ ਸੰਤ ਰਿਧੀ ਮੈਂ ਗੁਨੇ। ਉਸ ਵਪਾਰੀ ਨੂੰ ਝੱਟ ਸਮਝ ਪੈ ਗਈ ਵੀ ਸਤਿਗੁਰੂ ਜੀ ਕੀ ਕਹਿਣਾ ਚਾਹੁੰਦੇ ਆ। ਇੱਕਦਮ ਉਹਨੂੰ ਸਮਝ ਪੈ ਗਈ, ਸੋਝੀ ਆ ਗਈ। ਉਹਨੇ ਜਾਣ ਲਿਆ ਕਿ ਇਹ ਕੋਈ ਪੂਰਨ ਪੁਰਖ ਨੇ, ਪੂਰਨ ਸੰਤ ਹਨ। ਆਪਾ ਖੋਏ ਪਰਿਓ ਸ਼ਰਨਾਈ। ਉਸੇ ਵੇਲੇ ਉਸ ਵਪਾਰੀ ਨੇ ਆਪਣਾ ਆਪਾ ਦੂਰ ਕੀਤਾ, ਆਪਣੀ ਹੰਗਤਾ, ਮਮਤਾ ਤੇ ਮੈਂ ਮੇਰੀ ਦੀ ਬਿਰਤੀ ਦਾ ਤਿਆਗ ਕੀਤਾ, ਔਰ ਤਿਆਗ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਦੰਡਵਤ ਨਮਸਕਾਰ ਕੀਤੀ। ਵਿਸ਼ੇ ਬਾਸ਼ਨਾ ਸਰਬ ਗਵਾਈ। ਜਿਤਨੀ ਹਿਰਦੇ ਦੀ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਸੀ, ਉਹ ਵਾਸ਼ਨਾ ਇਸ ਵਪਾਰੀ ਨੇ ਆਪਣੇ ਹਿਰਦੇ ਚੋਂ ਤਿਆਗ ਦਿੱਤੀ। ਤਰਿਓ ਚਰਨ ਪਰ ਸੀਸ ਹੋਏ ਦੀਨੰ। ਔਰ ਬੜਾ ਦੀਨ ਤੇ ਵਿਨਿਮਰ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ, ਨਮਸਕਾਰ ਕੀਤੀ। ਪਰਿਓ ਰਿਓ ਨਾ ਉਠਾਵਨ ਕੀਨੰ। ਸਤਿਗੁਰਾਂ ਦੇ ਚਰਨਾਂ ਤੇ ਹੀ ਸਿਰ ਧਰੀ ਰੱਖਿਆ, ਮਨ ਨਹੀਂ ਕਰਦਾ ਕਿ ਮੈਂ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਤੋਂ ਚੁੱਕਾਂ। ਇਉਂ ਸਤਿਗੁਰਾਂ ਦੇ ਚਰਨਾਂ ਤੇ ਹੀ ਸੀਸ ਟਿਕਾਈ ਰੱਖਿਆ। ਦੇਖ ਦੀਨਤਾ ਤੈਂ ਜਗਨਾਥਾ। ਜਗਤ ਦੇ ਨਾਥ ਸਤਿਗੁਰਾਂ ਨੇ ਇਸ ਵਪਾਰੀ ਦੀ ਦੀਨਤਾਈ, ਇਹਦੀ ਵਿਨਿਮਰਤਾ ਤੇ ਹਲੀਮੀ ਵੇਖੀ। ਸਿਰ ਪਰ ਤਰਿਓ ਕਮਲ ਸਮ ਹਾਥਾ। ਸੋਹਣਾ ਕਮਲ ਜੈਸਾ ਸੁੰਦਰ ਕੋਮਲ ਹੱਥ। ਸਤਿਗੁਰੂ ਜੀ ਨੇ ਵਪਾਰੀ ਜਿਹੜਾ ਚਰਨਾਂ ਤੇ ਸੀਸ ਧਰੀ ਬੈਠਾ ਸੀ, ਮਹਾਰਾਜ ਜੀ ਨੇ ਆਪਣਾ ਮਿਹਰਾਂ ਭਰਿਆ ਹੱਥ ਉਸ ਵਪਾਰੀ ਦੇ ਸੀਸ ਤੇ ਰੱਖਿਆ ਹੈ। ਜਿਸ ਦੇ ਸਿਰ ਤੇ ਸਤਿਗੁਰੂ ਜੀ ਹੱਥ ਧਰ ਦਿੰਦੇ ਹਨ, ਖਾਲਸਾ ਜੀ ਉਹ ਤਿੰਨਾਂ ਲੋਕਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ। ਜਿਹਦੇ ਸਿਰ ਤੇ ਸਤਿਗੁਰੂ ਜੀ ਆਪਣਾ ਮਿਹਰਾਂ ਭਰਿਆ ਹੱਥ ਧਰ ਦੇਣ, ਉਹ ਸੰਸਾਰ ਦੀਆਂ ਸਮਸਤ ਸ਼ਕਤੀਆਂ ਨੂੰ ਧਾਰਨ ਕਰ ਲੈਂਦਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਅਪਾਰ। ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਮੇਰਾ ਭਰਿਆ ਹੱਥ ਉਸ ਵਪਾਰੀ ਦੇ ਸਿਰ ਤੇ ਧਰਿਆ ਹੈ। ਤੈਂ ਛਿਨ ਖੁੱਲ ਗਏ ਬਿਕਟ ਕਪਾਟਾ। ਸਿਰ ਤੇ ਹੱਥ ਧਰਨ ਦੀ ਦੇਰੀ ਸੀ, ਮਹਾਰਾਜ ਜੀ ਦਾ ਪਾਵਨ ਹੱਥ ਇਸ ਵਪਾਰੀ ਦੇ ਸਿਰ ਨਾਲ ਸਪਰਸ਼ ਹੋਇਆ। ਉਸੇ ਵੇਲੇ ਵਪਾਰੀ ਦੇ ਅੰਦਰ ਦੇ ਬਜਰ ਕਪਾਟ ਖੁੱਲ ਗਏ, ਭਰਮ ਦਾ ਪਰਦਾ ਪਾੜ ਗਿਆ, ਭਰਮ ਦਾ ਆਂਡਾ ਅੰਦਰ ਜਿਹੜਾ ਸੀ ਉਹ ਟੁੱਟ ਗਿਆ, ਔਰ ਹਿਰਦੇ 'ਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਗਿਆਨ ਹੀ ਗਿਆਨ ਹੋ ਗਿਆ। ਅਦਭੁਤ ਪਇਓ ਅਪਰਈ ਠਾਠਾ। ਅਦਭੁਤ ਹੀ ਠਾਠ ਬਣ ਗਿਆ, ਹੋਰ ਹੀ ਰਚਨਾ ਰਚੀ ਗਈ ਸੰਸਾਰ ਦੀ, ਹੋਰ ਹੀ ਪ੍ਰਕਾਰ ਦਾ ਸਭ ਕੁਝ। ਕਹਿੰਦੇ
ਅਸਚਰਜ ਹੈ, ਕਿਹਾ ਹੀ ਨਹੀਂ ਜਾ ਸਕਦਾ ਕੀ ਬਣ ਆਇਆ ਅੰਦਰ ਵਪਾਰੀ ਦੇ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੈ। ਏਦਾਂ ਦਾ ਰਸ ਅੰਦਰ ਬਣ ਗਿਆ। ਜਗਿਓ ਗਿਆਨ ਦੁਬਿਧਾ ਸਭ ਖੋਈ। ਹਿਰਦੇ 'ਚ ਗਿਆਨ ਜਗ ਆਇਆ। ਜਿਤਨੀ ਦੁਬਿਧਾ ਸੀ, ਜਿਤਨੀ ਦਵੈਸ਼ ਸੀ, ਉਹ ਸਾਰੀ ਦੁਬਿਧਾ ਜਾਂਦੀ ਰਹੀ, ਬਿਨਸ ਗਈ। ਤੀਨ ਲੋਕ ਕੀ ਸੁਧ ਉਰ ਹੋਈ। ਔਰ ਐਸੀ ਸੋਝੀ ਹੋਈ ਕਿ ਤਿੰਨਾਂ ਲੋਕਾਂ 'ਚ ਕੀ ਵਰਤਦਾ ਸਾਰਾ ਗਿਆਨ ਹੋ ਗਿਆ। ਤਰਲੋਕੀ ਦੀ ਸੋਝੀ, ਤਿੰਨਾਂ ਲੋਕਾਂ ਦਾ ਗਿਆਨ ਸਮਝ ਆ ਗਿਆ ਕਿ ਤਿੰਨੇ ਭਵਨ ਨਾਸ਼ਵਾਨ, ਬਿਨਸ ਜਾਣ ਵਾਲੇ ਸੁਪਨੇ ਵਤ ਹਨ। ਦੋਹਰਾ ਜਬ ਬਾਲੀ ਨੇ ਅਸ ਕਈ, ਵੈਪਾਰੀ ਕੀ ਗਾਥ। ਜਦੋਂ ਭਾਈ ਬਾਲਾ ਜੀ ਨੇ ਕਥਾ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਸੁਣਾਈ ਨਾ, ਵਪਾਰੀ ਦਾ ਇਹ ਪ੍ਰਸੰਗ, ਕਿ ਸਤਿਗੁਰਾਂ ਨੇ ਕਿਵੇਂ ਉਸ ਵਪਾਰੀ ਨੂੰ ਝਾਟੀ ਕਿਰਤਾਰਥ ਕਰ ਦਿੱਤਾ, ਹੁਣੇ ਮਿਲਿਆ ਹੁਣੇ ਹੀ ਕਿਰਤਾਰਥ ਕਰ ਦਿੱਤਾ। ਜਦੋਂ ਇਹ ਸਾਰਾ ਪ੍ਰਸੰਗ ਭਾਈ ਸਾਹਿਬ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸੁਣਾਇਆ, ਤਤ ਚਿਨ ਪ੍ਰਾਪਤ ਗਿਆਨ ਪਾ, ਪਰਸੇ ਪ੍ਰਭ ਕੇ ਹਾਥ। ਸਤਿਗੁਰਾਂ ਦੇ ਹੱਥਾਂ ਦਾ ਸਪਰਸ਼ ਕਰਨੇ ਕਰਕੇ ਉਸ ਵਪਾਰੀ ਨੂੰ ਤਤ ਛੇਨੀ ਗਿਆਨ ਦੀ ਪ੍ਰਾਪਤੀ ਹੋ ਗਈ। ਜੋ ਪਈ ਤਬ ਸ਼੍ਰੀ ਅੰਗਦ ਬੋਲੇ ਬਾਣੀ। ਇਹ ਪ੍ਰਸੰਗ ਸੁਣਿਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ। ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ, ਕਹਿਣ ਲੱਗੇ, ਹੇ ਬਾਲੇ ਇਹ ਕਹੋ ਕਹਾਣੀ। ਕਹਿਣ ਲੱਗੇ, ਭਾਈ ਬਾਲਾ ਜੀ ਇਹ ਪ੍ਰਸੰਗ ਜਰਾ ਖੋਲ ਕੇ ਦੱਸੋ, ਖੋਲ ਕੇ ਸੁਣਾਓ। ਇਨ ਵੈਪਾਰੀ ਤਤ ਛਿਨ ਪਾਈ। ਕਿ ਉਹ ਜਿਹੜਾ ਵਪਾਰੀ ਸੀ ਉਹਨੇ ਝਾਟੀ ਤਤ ਛੇਨੀ ਗੁਰੂ ਸਾਹਿਬ ਕੋਲੋਂ ਵਸਤੂ ਪ੍ਰਾਪਤ ਕਰ ਲਈ। ਜਿਸ ਵਸਤੂ ਨੂੰ ਪ੍ਰਾਪਤ ਕਰਨ ਲਈ ਲੋਕ ਵਰਿਆਂ ਬੱਧੀ ਮਿਹਨਤਾਂ ਮਸ਼ੱਕਤਾਂ ਘਾਲਦੇ ਨੇ, ਉਹ ਵਪਾਰੀ ਹੁਣੇ ਆਇਆ ਸੀ ਗੁਰੂ ਚਰਨਾਂ 'ਚ, ਰਸਤੇ 'ਚ ਹੀ ਮਿਲਿਆ, ਤਤ ਛੇਨੀ ਉਹਨੂੰ ਉਹ ਬ੍ਰਹਮ ਵਸਤੂ ਦੀ ਪ੍ਰਾਪਤੀ ਹੋ ਗਈ। ਕਛ ਚਿਰ ਕਾਲ ਨ ਸੇਵ ਕਮਾਈ। ਉਸ ਵਪਾਰੀ ਨੇ ਕੋਈ ਸਤਿਗੁਰਾਂ ਦੀ ਲੰਮੇ ਸਮੇਂ ਤੱਕ ਸੇਵਾ ਨਹੀਂ ਸੀ ਕੀਤੀ, ਉਹਨੇ ਕੋਈ ਮਹਾਰਾਜ ਜੀ ਦੀ ਲੰਮੇ ਸਮੇਂ ਤੱਕ ਸੰਗਤ ਨਹੀਂ ਸੀ ਕੀਤੀ, ਟਹਿਲ ਨਹੀਂ ਸੀ ਕਮਾਈ। ਥੋਰਨ ਕੀਨ ਸ਼ਬਦ ਅਭਿਆਸਾ। ਉਹਨੇ ਤਾਂ ਕੋਲ ਆ ਕੇ ਬਸ ਮਹਾਰਾਜ ਜੀ ਦੇ ਬਚਨ ਹੀ ਸੁਣੇ ਤੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਹਿਰਦੇ 'ਚ ਹੀ ਵਸਾਇਆ। ਗਿਆਨੀ ਪਇਓ ਪਾਏ ਸੁਖ ਰਾਸਾ। ਔਰ ਉਹ ਤਤ ਛੇਨੇ ਗਿਆਨ ਪ੍ਰਾਪਤ ਕਰਕੇ ਗਿਆਨੀ ਹੋ ਗਿਆ, ਔਰ ਉਹਨੂੰ ਸੁੱਖਾਂ ਦੀ ਪੂੰਜੀ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੋ ਗਿਆ। ਬਾਲੇ ਨੇ ਤਬ ਬਚਨੀ ਉਚਾਰੇ। ਜਦੋਂ ਸਤਿਗੁਰੂ ਜੀ ਨੇ ਪੁੱਛਿਆ ਨਾ ਵੀ ਬਾਲਿਆ ਵੀ ਇਹ ਕੀ ਗੱਲ ਹੋਈ, ਵੀ ਉਹਨੇ ਕੋਈ ਮਸ਼ੱਕਤ ਨਹੀਂ ਸੀ ਘਾਲੀ, ਉਹ ਪਹਿਲਾਂ ਕਦੇ ਗੁਰੂ ਸੰਗਤ 'ਚ ਨਹੀਂ ਸੀ ਆਇਆ, ਹੁਣੇ ਅੱਜ ਆਇਆ ਤੇ ਅੱਜ ਹੀ ਗਿਆਨ ਨੂੰ ਪ੍ਰਾਪਤ ਹੋ ਗਿਆ। ਇਹ ਸਵਾਲ ਤਾਂ ਉੱਠਣਾ ਸਾਡੇ ਹਿਰਦੇ ਵਿੱਚ ਵੀ ਸੁਭਾਵਕ ਹੈ। ਖਾਲਸਾ ਜੀ, ਅਸੀਂ ਵੀ ਸੋਚਦੇ ਹਾਂ ਵੀ ਫਲਾਣਾ 40, ਮੈਂ ਤਾਂ ਜੀ 40 ਸਾਲ ਤੋਂ 50 ਸਾਲ ਤੋਂ ਲੱਗਾ ਹੋਇਆ ਇਸ ਪਾਸੇ, ਤੇ ਮੇਰਾ ਬੜਾ ਲੰਮਾ ਸਮਾਂ ਜੀਵਨ ਦਾ ਇਸ ਪਾਸੇ ਗੁਜ਼ਰ ਗਿਆ, ਤੇ ਗੱਲ ਨਹੀਂ ਬਣੀ ਹਾਲੇ ਤਾਈਂ ਵੀ, ਕਿਉਂਕਿ ਸਾਨੂੰ ਆਪਣੇ 40-50 ਸਾਲ ਦੇ ਉੱਤੇ ਮਾਣ ਹੈ। ਮੈਂ ਲੱਗਾ ਹੋਇਆ, ਇੱਕ ਅੱਜ ਆਇਆ, ਆਏ ਨੂੰ ਹਾਲੇ ਸਮਾਂ ਵੀ ਨਹੀਂ ਹੋਇਆ, ਝੱਟ ਗੁਰੂ ਦੀ ਕਿਰਪਾ ਹੋਈ ਤੇ ਤਾਤਕਾਲ ਉਹਨੂੰ ਗਿਆਨ ਪ੍ਰਾਪਤ ਹੋ ਰਿਹਾ। ਇਹ ਕੀ ਖੇਡ ਹੈ? ਸਾਨੂੰ ਸੋਝੀ ਆ ਕੇਵਲ ਆਪਣੇ ਇਸ ਸਰੀਰ ਦੀ, ਕਿ ਇਸ ਸਰੀਰ 'ਚ ਜਿਹਦੇ 'ਚ ਅਸੀਂ ਰਹਿੰਦੇ ਹਾਂ, ਇਸ ਸਰੀਰ ਤੋਂ ਪਹਿਲਾਂ ਜਿਹੜਾ ਸਾਡਾ ਸਰੀਰ ਸੀ ਉਹਦਾ ਸਾਨੂੰ ਬੋਧ ਨਹੀਂ ਹੈ, ਪਰ ਗੁਰੂ ਸਾਹਿਬ ਉਹਦੇ ਬਾਰੇ ਵੀ ਜਾਣਦੇ ਆ। ਉਸ ਸਰੀਰ ਤੋਂ ਪਹਿਲਾਂ ਕਿਹੜਾ ਸਰੀਰ ਸੀ ਉਹਦੇ ਬਾਰੇ ਵੀ ਜਾਣਦੇ ਆ, ਹਰ ਜਨਮ ਬਾਰੇ ਜਾਣਦੇ ਆ, ਕਿਸ ਜਨਮ 'ਚ ਕਿਤਨੀ ਸਾਧਨਾ ਕੀਤੀ, ਕਿਸ ਜਨਮ 'ਚ ਕਿਤਨੀ ਕਮਾਈ ਕੀਤੀ, ਕਿਤਨੇ ਕਰਮ ਕੀਤੇ ਜਾਂ ਕੀਤੇ ਹੀ ਨਹੀਂ। ਗੁਰੂ ਸਾਹਿਬ ਤਾਂ ਜਾਣਦੇ ਨੇ ਨਾ, ਸਾਨੂੰ ਨਹੀਂ ਪਤਾ, ਪਰ ਸਤਿਗੁਰਾਂ ਨੂੰ ਇਹਦਾ ਬੋਧ ਹੈ, ਪਾਤਸ਼ਾਹ ਤਾਂ ਜਾਣਦੇ ਨੇ।
ਇਸ ਕਰਕੇ ਹੁਣ ਕੁੰਡੀ ਖੋਲ ਕੇ ਸਮਝਾਉਣ ਲੱਗੇ ਆ। ਗੁਰੂ ਅੰਗਦ ਸਾਹਿਬ ਜੀ ਵੀ ਜਾਣਦੇ ਨੇ, ਪਰ ਸਾਡੇ ਅੰਦਰੋਂ ਇਹ ਸਵਾਲ ਦਾ ਜਵਾਬ ਸਾਨੂੰ ਮਿਲ ਜਾਏ, ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਭਾਈ ਬਾਲੇ ਨੂੰ ਪੁੱਛ ਰਹੇ ਹਨ। ਸੁਨ ਅੰਗਦ ਸ਼੍ਰੀ ਨਾਨਕ ਪਿਆਰੇ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਤੁਸੀਂ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਦੇ ਹੋ, ਸੁਣੋ। ਮੈਂ ਬੂਜਨ ਕੀਨਨ ਪ੍ਰਭ ਤਬਈ। ਮਹਾਰਾਜ ਜੀ, ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ, ਇਹ ਸਵਾਲ ਮੈਂ ਗੁਰੂ ਨਾਨਕ ਸਾਹਿਬ ਨੂੰ ਉਸ ਵੇਲੇ ਪੁੱਛਿਆ ਸੀ। ਇਨ ਬਿਨ ਇਸੇ ਤਰ੍ਹਾਂ ਮੈਂ ਉਹਨਾਂ ਨੂੰ ਪੁੱਛਿਆ ਸੀ, ਮਹਾਰਾਜ ਇਹ ਵਪਾਰੀ ਨੇ ਕੋਈ ਸੇਵਾ ਨਹੀਂ ਕੀਤੀ, ਤੁਹਾਡੀ ਕੋਈ ਸੰਗਤ ਨਹੀਂ ਕੀਤੀ, ਹੁਣੇ ਆਇਆ ਸੀ, ਹੁਣੇ ਹੀ ਤੁਸੀਂ ਇਹਨੂੰ ਆਤਮ ਗਿਆਨੀ ਬਣਾ ਦਿੱਤਾ ਹੈ। ਤੈਂ ਪਰ ਖੁਸ਼ੀ ਕੀਨ ਪ੍ਰਭ ਜਬਈ। ਜਦੋਂ ਸਤਿਗੁਰੂ ਜੀ ਨੇ ਉਸ ਵਪਾਰੀ ਤੇ ਆਪਣੀ ਵੱਡੀ ਭਾਰੀ ਖੁਸ਼ੀ ਕਰਕੇ, ਉਹਦੇ ਤੇ ਦਇਆ ਕਰਕੇ ਉਹਦੇ ਭਰਮ ਦੇ ਪਰਦੇ ਦੂਰ ਕੀਤੇ। ਮੁਝ ਸੋਂ ਜੈਸੇ ਬਚਨੀ ਉਚਾਰੇ। ਤੇ ਮੈਂ ਉਦੋਂ ਪੁੱਛ ਲਿਆ ਸੀ ਇਹ ਸਵਾਲ ਸਤਿਗੁਰਾਂ ਨੂੰ, ਤੇ ਹੇ ਗੁਰੂ ਅੰਗਦ ਸਾਹਿਬ, ਜਿਹੜਾ ਜਵਾਬ ਗੁਰੂ ਨਾਨਕ ਸਾਹਿਬ ਨੇ ਮੈਨੂੰ ਦਿੱਤਾ ਸੀ, ਉਹੀ ਜਵਾਬ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ, ਸੁਣੋ। ਸੋ ਮੈਂ ਕਹਿਉ ਪਾਸ ਤੁਮਾਰੇ। ਮਹਾਰਾਜ ਜੀ, ਉਹੀ ਸਾਰਾ ਪ੍ਰਸੰਗ ਮੈਂ ਆਪ ਜੀ ਦੇ ਸਨਮੁਖ ਦੱਸਦਾ ਹਾਂ। ਪੂਰਬ ਜਨਮ ਪੁੰਨ ਇਸ ਕੀਰੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਤੁਹਾਨੂੰ ਇਹਦਾ ਇਹ ਜਨਮ ਦਿਸਦਾ ਹੈ, ਪਰ ਸਾਨੂੰ ਇਹਦਾ ਪਿਛਲਾ ਜਨਮ ਵੀ ਦਿਸ ਰਿਹਾ, ਜਿਹਦੇ 'ਚ ਇਹਨੇ ਬੜੇ ਪੁੰਨ ਕਰਮ ਕੀਤੇ ਨੇ। ਇਹਨੇ ਆਪਣੇ ਪਿਛਲੇ ਜਨਮ 'ਚ ਬੜੇ ਪੁੰਨ ਕਰਮ ਕੀਤੇ ਆ, ਭਲੇ ਕਰਮ ਕੀਤੇ ਆ, ਸਾਧਨਾ ਕੀਤੀ ਹੈ। ਹਾਂਜੀ, ਮਿਲ ਸਤ ਸੰਗਤ ਕੀਨ ਕਨੇਰੇ। ਇਹਨੇ ਬੜੀ ਸੰਗਤ ਕੀਤੀ ਆ, ਸਤ ਸੰਗਤ ਵਿੱਚ ਮਿਲ ਕੇ ਕਥਾ ਸੁਣੀ ਆ, ਕੀਰਤਨ ਸੁਣਿਆ। ਕਾਰਜ ਪਇਓ ਸਿੱਧ ਸਭ ਆਗੂ। ਇਹਦੇ ਸਾਰੇ ਕਾਰਜ ਸਿੱਧ ਹੋ ਗਏ। ਮਿਲਨੋ ਚਾਹਤ ਏਕ ਸੁਭਾਗੂ। ਪਰ ਕੇਵਲ ਪਰਮਾਤਮਾ ਨਾਲ ਮਿਲਾਪ ਬਾਕੀ ਸੀ, ਉਹ ਨਹੀਂ ਸੀ ਹੋਇਆ। ਪਰਮੇਸ਼ਰ ਨਾਲ ਮਿਲਾਪ ਹੋਣਾ ਬਾਕੀ ਸੀ। ਦੋਹਰਾ ਦੀਪਕ ਬਾਤੀ ਤੇਲ ਯੁਤ ਪਾਵਕ ਲਾਵਨ ਦੇਰ। ਪ੍ਰਭੂ ਦੇ ਮਿਲਾਪ ਲਈ ਇਹਨੂੰ ਚਾਹੀਦਾ ਸੀ ਕੋਈ ਪੂਰਨ ਸਾਧੂ, ਉਹ ਨਹੀਂ ਸੀ ਇਹਨੂੰ ਮਿਲਿਆ, ਹੁਣ ਆਣ ਮਿਲਿਆ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੀਵਾ ਬਣਿਆ ਹੋਇਆ ਸੀ, ਉਹਦੇ 'ਚ ਤੇਲ ਵੀ ਪਿਆ ਹੋਇਆ ਸੀ, ਉਹਦੇ 'ਚ ਬੱਤੀ ਵੀ ਪਈ ਹੋਈ ਸੀ। ਹੋਏ ਰੋਸ਼ਨੀ ਤੁਰਤ ਮਿਲ ਤਿਉ ਇਸ ਕੋਈ ਤੂੰ ਹੀਰ। ਦੀਵਾ ਬਣਿਆ ਹੋਇਆ ਸੀ, ਤੇਲ ਸੀ, ਬੱਤੀ ਵੀ ਸੀ, ਬਸ ਅਗਨੀ ਨਹੀਂ ਸੀ ਲੱਗੀ। ਮਹਾਰਾਜ ਜੀ ਕਹਿੰਦੇ, ਅਸੀਂ ਇਹਦੇ ਨਾਲ ਮਿਲ ਕੇ ਕੇਵਲ ਉਹ ਅਗਨੀ ਲਾਈ ਹੈ, ਔਰ ਉਸ ਅਗਨੀ ਦੇ ਲੱਗਦਿਆਂ ਸਾਰ ਇਹਦੇ ਅੰਦਰ ਗਿਆਨ ਦਾ ਉਹ ਦੀਵਾ ਜਗ ਗਿਆ, ਪ੍ਰਕਾਸ਼ ਹੋ ਗਿਆ, ਤੇ ਭਰਮ ਦਾ ਪਰਦਾ ਦੂਰ ਹੋ ਗਿਆ। ਪਾਤਸ਼ਾਹ ਕਹਿੰਦੇ ਇਹਦੀ ਤਿਆਰੀ ਪਹਿਲਾਂ ਹੀ ਹੋ ਚੁੱਕੀ ਸੀ। ਦੀਵਾ ਬਣਿਆ ਹੋਇਆ ਸੀ, ਤੇਲ ਵੀ ਸੀ, ਬੱਤੀ ਵੀ ਸੀ, ਬਸ ਅਗਨੀ ਲੱਗਣੀ ਸੀ, ਜੋਤੀ ਪ੍ਰਚੰਡ ਹੋਣੀ ਸੀ। ਹੁਣ ਕਿਆ ਜਾਣੀਏ, ਜਿਹੜਾ ਅੱਜ ਆਇਆ ਗੁਰੂ ਸ਼ਰਨ ਵਿੱਚ, ਹੋ ਸਕਦਾ ਉਹਦਾ ਦੀਵਾ ਤਿਆਰ ਹੋਵੇ, ਕੋਈ ਪੂਰਬਲੇ ਦੇ ਚੰਗੇ ਕਰਮ ਉਹਦੇ ਚੰਗੇ ਹੋਣ ਤੇ ਅੱਜ ਆ ਗਿਆ ਗੁਰੂ ਸ਼ਰਨ 'ਚ, ਅੱਜ ਆਇਆ ਤੇ ਅੱਜ ਹੀ ਦੀਵਾ ਜਗ ਜਾਏ। ਹੋ ਸਕਦਾ ਹੈ ਕਿ ਹਾਲੇ ਦੀਵਾ ਤਿਆਰ ਹੀ ਨਹੀਂ ਸੀ, ਬੱਤੀ ਵੀ ਨਹੀਂ ਸੀ, ਤੇਲ ਵੀ ਨਹੀਂ ਸੀ, ਹਾਲੇ ਤਿਆਰੀ ਹੋ ਰਹੀ ਹੈ। ਦੀਵਾ ਬਣੇਗਾ, ਤੇਲ ਪਵੇਗਾ, ਬੱਤੀ ਪਵੇਗੀ, ਉਹਦੇ ਲਈ ਹੋ ਸਕਦਾ 40 ਸਾਲ ਲੱਗ ਜਾਣ, 50 ਲੱਗ ਜਾਣ, ਕਿਤਨਾ ਲੱਗ ਜੇ, ਸ਼ਾਇਦ ਇਹ ਜ਼ਿੰਦਗੀ ਵੀ ਲੱਗ ਜਾਏ, ਇਹ ਵੀ ਨਹੀਂ ਕਹਿ ਸਕਦੇ। ਇਹ ਜਨਮ ਹੀ ਸਾਰਾ ਲੱਗ ਜਾਏ, ਤੇ ਸ਼ਾਇਦ ਇੱਕ ਛਿਨ 'ਚ ਹੀ ਗੱਲ ਬਣ ਜਾਏ, ਸ਼ਾਇਦ ਇੱਕ ਜਨਮ ਵਿੱਚ ਵੀ ਨਾ ਬਣੇ, ਸ਼ਾਇਦ ਇੱਕ ਜਨਮ ਤਾਂ ਕੀ ਦੂਸਰਾ ਜਨਮ ਵੀ ਕਾਫੀ ਨਾ ਹੋਵੇ। ਇਹ ਤਾਂ ਪਰਮੇਸ਼ਰ ਦੇ ਹੱਥ ਦੀ ਖੇਡ ਹੈ। ਉਹਨੇ ਵੇਖਣਾ ਕਿ ਸਾਡੀ ਪਿਛਲੀ ਸਾਧਨਾ ਕਿਤਨੀ ਹੈ। ਪਹਿਲੀ ਗੱਲ ਤਾਂ ਇੱਕ ਆਪਣੇ ਹਿਰਦੇ 'ਚ ਸੁਨਿਸ਼ਚਿਤ ਕਰਕੇ ਧਾਰਨ ਕਰ ਲਈਏ ਕਿ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਮਿਲਿਆ। ਇਹਦਾ ਮਤਲਬ ਇਹੀ ਹੈ ਕਿ ਸਾਡੇ ਕੋਈ ਪੂਰਬਲੇ ਜਨਮਾਂ ਦੇ ਕਰਮ ਬਹੁਤ ਚੰਗੇ ਸਨ ਕਿ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਅਸੀਂ ਜਨਮ ਲੈ ਕੇ ਆਏ ਹਾਂ।
ਪਹਿਲੀ ਗੱਲ ਤਾਂ ਇਹ ਜਾਣ ਲਓ, ਚੰਗੇ ਹੀ ਕਰਮ ਸਨ। ਸਤਿ ਸ੍ਰੀ ਅਕਾਲ। ਦੂਸਰਾ ਇਹ ਜਾਣ ਲਓ ਕਿ 9ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਬੈਠੇ ਆ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣ ਰਹੇ ਆ, ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਆ। ਇਹ ਵੀ ਕੋਈ ਸਾਡੇ ਪੂਰਬਲੇ ਜਨਮਾਂ ਦੇ ਹੀ ਕੀਤੇ ਚੰਗੇ ਕਰਮ ਨੇ, ਜਿਸ ਦਾ ਇਹ ਫਲ ਪ੍ਰਤੱਖ ਰੂਪ ਵਿੱਚ ਪ੍ਰਾਪਤ ਹੋ ਰਿਹਾ ਹੈ। ਮਤਾ ਕਿਸੇ ਮਨ ਦੇ ਵਿੱਚ ਇਹ ਬਿਰਤੀ ਆ ਜਾਏ ਕਿ ਸ਼ਾਇਦ ਸਾਡੇ ਮਾੜੇ ਕਰਮ ਨੇ, ਚੰਗੇ ਕਰਮ ਨੇ, ਤਦ ਹੀ ਇੱਥੇ ਬੈਠੇ ਆ। ਮਾੜੇ ਉਦੋਂ ਹੋਣਗੇ ਜਦੋਂ ਨਾ ਆਵਾਂਗੇ, ਉਦੋਂ ਸਮਝ ਲਿਓ ਵੀ ਅੱਜ ਕਰਮ ਕੋਈ ਮਾੜੇ ਆ ਗਏ ਨੇ ਅੱਗੇ, ਕਿ ਅੱਜ ਕਥਾ ਵਿੱਚ ਜਾ ਨਹੀਂ ਸਕੇ, ਅੱਜ ਦਰਸ਼ਨ ਨਹੀਂ ਕਰ ਸਕੇ ਸਤਿਗੁਰਾਂ ਦੇ, ਅੱਜ ਕੀਰਤਨ ਨਹੀਂ ਸੁਣ ਸਕੇ, ਅੱਜ ਬਾਣੀ ਨਹੀਂ ਪੜ੍ਹ ਸਕੇ। ਉਹ ਸਮਝ ਲੈਣਾ ਕਿ ਮਾੜੇ ਕਰਮ ਸਨ ਜਿਹੜੇ ਅੱਗੇ ਆ ਗਏ ਨੇ। ਪਾਤਸ਼ਾਹ ਗੁਰਦੇਵ ਨੇ ਜਿਹੜੇ ਬਚਨ ਕਹੇ ਭਾਈ ਬਾਲੇ ਨੂੰ ਕਿ ਬਾਲਿਆ ਦੀਵਾ ਵੀ ਤਿਆਰ ਸੀ, ਬੱਤੀ ਵੀ ਸੀ, ਤੇਲ ਵੀ ਸੀ, ਬਸ ਸਾਡੇ ਮਿਲਣ ਨਾਲ ਕੇਵਲ ਜੋਤੀ ਲੱਗੀ ਹੈ ਔਰ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਚੌਪਈ ਸੁਨਤ ਯੁਕਤ ਹਿਰਦੇ ਹਰ ਖਾਨੇ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਯੁਕਤੀ ਸਹਿਤ ਸੁਣ ਕੇ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਦਾ ਹਿਰਦਾ ਪ੍ਰਸੰਨ ਹੋਇਆ। ਪੁਨੇ ਕਥਾ ਸੁਨਹੀ ਦੇ ਕਾਨੇ। ਜਦੋਂ ਭਾਈ ਬਾਲਾ ਜੀ ਨੇ ਉਹੀ ਬਚਨ ਗੁਰੂ ਅੰਗਦ ਸਾਹਿਬ ਨੂੰ ਸੁਣਾਏ ਤੇ ਗੁਰੂ ਅੰਗਦ ਸਾਹਿਬ ਵੀ ਬੜੇ ਖੁਸ਼ ਹੋਏ। ਹੁਣ ਭਾਈ ਬਾਲਾ ਜੀ ਅੱਗੇ ਪ੍ਰਸੰਗ ਸੁਣਾਉਣ ਲੱਗੇ। ਸ਼੍ਰੀ ਅੰਗਦ ਸੁਨੀਏ ਗੁਰ ਗਾਥਾ। हे ਗੁਰੂ ਅੰਗਦ ਦੇਵ ਸਾਹਿਬ ਜੀ, ਸੁਣੋ ਗੁਰੂ ਕੀ ਗਾਥਾ, ਸੁਣੋ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ। ਤੈਂਕੋ ਐਸੇ ਕੀਨ ਸਨਾਥਾ। ਇਉਂ ਸਤਿਗੁਰੂ ਜੀ ਨੇ ਉਸ ਵਪਾਰੀ ਨੂੰ ਸਨਾਥ ਕਰ ਦਿੱਤਾ, ਉਸ ਵਪਾਰੀ ਨੂੰ ਕਿਰਤਾਰਥ ਕਰ ਦਿੱਤਾ। ਗਮਨ ਕੀਨ ਪੁਨ ਗੁਣ ਗਨ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵਪਾਰੀ ਨੂੰ ਕਿਰਤਾਰਥ ਕਰਕੇ ਉੱਥੋਂ ਅੱਗੇ ਚੱਲੇ ਹਨ। ਆਈ ਤਬੇ ਉਜਾਰ ਮਹਾਨੀ। ਅੱਗੇ ਕੀ ਵੇਖਿਆ ਕਿ ਉਜਾੜ ਹੀ ਉਜਾੜ ਹੈ, ਦੂਰ ਤੱਕ ਉਜਾੜ ਬਿਆਬਾਨ ਜੰਗਲ ਹੈ। ਕਿਤੇ ਕੋਸਲੋ ਗ੍ਰਾਮ ਨ ਆਇਓ। ਕਈ ਕੋਹ ਦਾ ਪੈਂਡਾ ਸਤਿਗੁਰੂ ਜੀ ਪੈਦਲ ਤੁਰੇ ਜਾਂਦੇ ਨੇ, ਕੋਈ ਪਿੰਡ, ਕੋਈ ਗ੍ਰਾਮ, ਕੋਈ ਸ਼ਹਿਰ, ਕੋਈ ਨਗਰ ਨਹੀਂ ਆਇਆ। ਨੈ ਮਾਨੁਕ ਤਨ ਕਹੂੰ ਦਿਸਾਇਓ। ਕੋਈ ਨਗਰ ਸ਼ਹਿਰ ਤਾਂ ਕੀ ਕੋਈ ਬੰਦਾ ਵੀ ਨਹੀਂ ਦਿਸਿਆ। ਕੋਹਾਂ ਤੱਕ ਟੁਰੇ ਜਾਂਦੇ ਨੇ ਸਤਿਗੁਰੂ, ਜੰਗਲ ਹੀ ਜੰਗਲ ਹੈ, ਉਜਾੜ ਹੀ ਉਜਾੜ ਹੈ, ਤੇ ਕੋਈ ਬੰਦਾ ਉੱਥੇ ਨਜ਼ਰ ਨਹੀਂ ਆਇਆ। ਅਵਲੋਕਤ ਬੋਲਿਓ ਮਰਦਾਨਾ। ਜਦੋਂ ਕੋਹਾਂ ਤੱਕ ਉਜਾੜ ਹੀ ਉਜਾੜ ਵੇਖਿਆ, ਕੋਈ ਨਗਰ ਸ਼ਹਿਰ ਨਹੀਂ ਆਇਆ, ਕੋਈ ਬੰਦਾ ਤੱਕ ਵੀ ਨਹੀਂ ਟੱਕਰਿਆ ਮਿਲਿਆ, ਤਾਂ ਵੇਖ ਕੇ ਭਾਈ ਮਰਦਾਨਾ ਜੀ ਬੋਲੇ, ਸ਼੍ਰੀ ਪ੍ਰਭ ਇਹ ਉਦਿਆਨ ਮਹਾਨਾ। ਕਹਿਣ ਲੱਗੇ, ਹੇ ਪ੍ਰਭੂ ਜੀ, ਇਹ ਤਾਂ ਉਜਾੜ ਹੀ ਉਜਾੜ ਹੈ, ਦੂਰ ਤੱਕ ਉਦਿਆਨ ਹੀ ਉਦਿਆਨ ਹੈ, ਜੰਗਲ ਹੀ ਜੰਗਲ ਹੈ। ਜਿਸ ਕੋ ਦੇਖ ਮਹਾ ਭੈ ਆਵੇ। ਮਹਾਰਾਜ ਜੀ, ਇੰਨਾ ਭਿਆਨਕ ਜੰਗਲ ਉਜਾੜ ਹੀ ਉਜਾੜ ਵੀ ਵੇਖਦਿਆਂ ਹੀ ਡਰ ਆਉਂਦਾ ਹੈ, ਵੇਖਦਿਆਂ ਹੀ ਭੈ ਆਉਂਦਾ। ਇੰਨਾ ਭਿਆਨਕ ਜੰਗਲ ਹੈ, ਕੋਈ ਬੰਦਾ ਨਹੀਂ ਦਿਸਦਾ। ਨੈ ਮਾਨੁਕ ਤਨ ਕਹੂੰ ਦਿਸਾਵੇ। ਮਹਾਰਾਜ ਜੀ, ਕੋਈ ਮਾਨਵੀ ਤਨ, ਮਨੁੱਖੀ ਸਰੀਰ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸੁਣ ਕੇ ਬੋਲੇ ਕਿਰਪਾ ਨਿਦਾਨਾ। ਜਦੋਂ ਭਾਈ ਮਰਦਾਨੇ ਨੇ ਇਹ ਗੱਲ ਕਹੀ, ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਇਹ ਨੈ ਲਖੋ ਉਜਾਰ ਮਹਾਨਾ। ਮਹਾਰਾਜ ਜੀ ਕਹਿੰਦੇ, ਨਾ ਮਰਦਾਨਿਆ, ਇਹ ਉਜਾੜ ਨਹੀਂ, ਜਿਹੜਾ ਤੈਨੂੰ ਉਜਾੜ ਦਿਸਦਾ ਹੈ ਇਹ ਉਜਾੜ ਨਹੀਂ। ਵੱਡੋ ਨਗਰ ਬਸਦੀ ਅਬਿਰਾਮੋ। ਇਉਂ ਸਮਝ ਲੈ ਇਹ ਵਸਦੇ ਰਸਦੇ ਨਗਰ ਨੇ, ਸਮਝ ਲੈ ਵੀ ਇਹੀ ਵਸ ਰਹੇ ਹਨ। ਸਿਮਰਨ ਹੋਤ ਜਹਾਂ ਸਤਨਾਮੋ। ਕਿਉਂਕਿ ਇਸ ਉਦਿਆਨ ਵਿੱਚ ਕਈ ਥਾਵਾਂ ਤੇ ਬਨਾਂ 'ਚ ਇਕਾਂਤ ਵਿੱਚ ਮਹਾਤਮਾ ਬੈਠੇ ਰੱਬ ਰੱਬ ਕਰ ਰਹੇ ਨੇ। ਉਜਾੜ ਵਿੱਚ ਬੈਠੇ ਭਾਵੇਂ ਉਹ ਮਹਾਤਮਾ ਰੱਬ ਰੱਬ ਕਰ ਰਹੇ ਨੇ ਨਾ, ਇਸ ਕਰਕੇ ਉਹਨਾਂ ਦੇ ਰੱਬ ਰੱਬ ਕਰਨੇ ਕਰਕੇ ਉਜਾੜ ਉਜਾੜ ਨਹੀਂ, ਇਹ ਵਸਦੇ ਰਸਦੇ ਨਗਰ ਨੇ। ਮਰਦਾਨਿਆਂ, ਉਹ ਨਗਰ ਜਿਹੜੇ ਵਸਦੇ ਰਸਦੇ ਨਜ਼ਰ ਆਉਂਦੇ ਨੇ, ਜੇ ਉੱਥੇ ਸਾਈਂ ਦੇ ਪਿਆਰੇ ਨਹੀਂ ਵਸਦੇ ਤੇ ਫਿਰ ਉਹ ਉਜਾੜ ਹਨ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ।
ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਭਾਵੇਂ ਕੋਈ ਸਵਰਗਪੁਰੀ ਚ ਜਾ ਵਸੇ ਔਰ ਸਾਰੀਆਂ ਦਿਸ਼ਾਵਾਂ ਨੂੰ ਜਿੱਤ ਕੇ ਰਾਜਾ ਹੋ ਜਾਏ, 9 ਖੰਡਾਂ ਪ੍ਰਿਥਵੀ ਨੂੰ ਜਿੱਤ ਲਵੇ ਤੇ ਆਖੇ ਕਿ ਮੈਂ ਹੁਣ ਕਿਲਿਆਂ ਵਿੱਚ ਵਸਦਾ, ਮਹੱਲਾਂ 'ਚ ਵਸਦਾ, ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜੇ ਇਹਦੇ ਹਿਰਦੇ 'ਚੋਂ ਰੱਬ ਵਿਸਰਿਆ ਤੇ ਭਾਵੇਂ ਸੋਹਣਿਆਂ ਮਹੱਲਾਂ 'ਚ ਸਵਰਗਾਂ 'ਚ ਕਿਉਂ ਨਾ ਰਹਿੰਦਾ ਹੋਵੇ, ਸਾਡੇ ਭਾ ਦਾ ਤਾਂ ਉਜਾੜ ਹੈ, ਜੰਗਲ ਹੈ ਜਿਹਦੇ 'ਚ ਰਹਿ ਰਿਹਾ ਹੈ। ਤੇ ਜੇ ਜੰਗਲ ਨਜ਼ਰ ਆਉਂਦਾ ਉਹਦੇ 'ਚ ਰੱਬ ਦੇ ਪਿਆਰੇ ਭਜਨ ਕਰਦੇ ਦਿਸਦੇ ਨੇ ਤਾਂ ਫਿਰ ਮਰਦਾਨਿਆਂ ਉਹ ਜੰਗਲ ਨਹੀਂ ਹੋਇਆ ਕਰਦਾ, ਉਹ ਤਾਂ ਫਿਰ ਵਸਦੀਆਂ ਹੋਈਆਂ ਭੂਮੀਆਂ ਹਨ। ਜੈ ਪਰਮੇਸ਼ਰ ਚਿੱਤ ਨ ਆਵੇ, ਜਿਨ੍ਹਾਂ ਥਾਵਾਂ ਤੇ ਪਰਮੇਸ਼ਰ ਚੇਤੇ ਨਹੀਂ ਆਉਂਦਾ, ਜਿਨ੍ਹਾਂ ਘਰਾਂ ਵਿੱਚ, ਜਿਨ੍ਹਾਂ ਨਗਰਾਂ ਵਿੱਚ ਰੱਬ ਚੇਤੇ ਨਹੀਂ ਆਉਂਦਾ, ਸੋ ਵਸਦੀ ਉਦਿਆਨ ਲਖਾਵੇ। ਮਰਦਾਨਿਆਂ ਉਹ ਵਸਦੀਆਂ ਰਸਦੀਆਂ ਨਗਰੀਆਂ, ਉਹ ਘਰ ਉਦਿਆਨ ਤੇ ਉਜਾੜ ਨੇ। ਪਾਤਸ਼ਾਹ ਤਾਂ ਕਹਿੰਦੇ ਉਹ ਘਰ ਸ਼ਮਸ਼ਾਨ ਭੂਮੀਆਂ ਨੇ। ਜਿਨ੍ਹਾਂ ਘਰਾਂ ਵਿੱਚ ਸਾਧੂਆਂ ਦੀ ਸੇਵਾ ਨਹੀਂ, ਜਿਨ੍ਹਾਂ ਘਰਾਂ ਵਿੱਚ ਹਰੀ ਦੀ ਪੂਜਾ ਨਹੀਂ, ਜਿਨ੍ਹਾਂ ਘਰਾਂ 'ਚ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਜਾਂਦਾ, ਉਹ ਘਰ ਮਰ ਘੱਟ ਨੇ, ਸ਼ਮਸ਼ਾਨ ਭੂਮੀਆਂ ਨੇ। ਔਰ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਜਿਉਂਦੇ ਜਾਗਦੇ ਬੰਦੇ ਭੂਤਾਂ ਤੇ ਪ੍ਰੇਤਾਂ ਦੇ ਮਨਿੰਦ ਨੇ। ਮਰਦਾਨਿਆਂ ਜਿੱਥੇ ਹਰੀ ਦਾ ਸਿਮਰਨ ਨਹੀਂ, ਜਿੱਥੇ ਹਰੀ ਪਰਮੇਸ਼ਰ ਦੀ ਬੰਦਗੀ ਨਹੀਂ, ਉਹ ਵਸਦੇ ਰਸਦੇ ਨਗਰ ਵੀ ਉਜੜੇ ਹੋਏ ਉਜਾੜ ਹਨ। ਹਰਖ ਨਾ ਹੋਵੇ ਤਹਾਂ ਕਦਾਈ, ਮਰਦਾਨਿਆਂ ਉੱਥੇ ਕਦੇ ਖੇੜਾ ਨਹੀਂ ਹੁੰਦਾ, ਉੱਥੇ ਕਦੇ ਖੁਸ਼ੀ ਨਹੀਂ ਹੁੰਦੀ, ਉੱਥੇ ਕਦੇ ਵਿਗਾਸ ਨਹੀਂ ਹੁੰਦਾ। ਜਿੱਥੇ ਹਰੀ ਦਾ ਸੇਵਾ ਨਹੀਂ, ਜਿੱਥੇ ਪਰਮੇਸ਼ਰ ਦਾ ਭਜਨ ਨਹੀਂ, ਜਹਾਂ ਨ ਕਬਉ ਪ੍ਰਭ ਗੁਣ ਗਾਈ, ਜਿੱਥੇ ਕਦੇ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ, ਜਿੱਥੇ ਕਦੇ ਪਰਮੇਸ਼ਰ ਦੀ ਸਿਫਤ ਨਹੀਂ ਕੀਤੀ ਜਾਂਦੀ, ਉੱਥੇ ਕਦੇ ਜਾ ਕੇ ਸਾਨੂੰ ਖੁਸ਼ੀ ਨਹੀਂ ਹੁੰਦੀ। ਮਰਦਾਨਿਆਂ ਤੇ ਇਹੋ ਜਿਹੇ ਬੀਆਬਾਨ ਜੰਗਲਾਂ ਵਿੱਚ, ਉਜਾੜਾਂ ਵਿੱਚ ਜੇ ਕੋਈ ਰੱਬ ਦਾ ਪਿਆਰਾ ਭਜਨ ਕਰਦਾ ਤੇ ਮੈਨੂੰ ਇਹ ਥਾਵਾਂ ਪਾਉਂਦੀਆਂ ਹਨ। ਜਿੱਥੇ ਰੱਬ ਦਾ ਭਜਨ ਹੁੰਦਾ ਉਹ ਘਰ ਮੈਨੂੰ ਚੰਗਾ ਲੱਗਦਾ ਹੈ। ਤੇ ਜੇ ਕਿਤੇ ਸੋਹਣੇ ਮਹੱਲਾਂ ਵਿੱਚ ਬੈਠਾ ਵੀ ਰੱਬ ਨੂੰ ਵਿਸਾਰੀ ਬੈਠਾ ਤੇ ਮਰਦਾਨਿਆਂ ਮੈਨੂੰ ਉਹ ਥਾਂ ਨਹੀਂ ਭਾਉਂਦੀ, ਉਹ ਜਗ੍ਹਾ ਮੈਨੂੰ ਚੰਗੀ ਨਹੀਂ ਲੱਗਦੀ ਜਿੱਥੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ। ਐ ਗੁਰੂ ਕਿਹਾ ਸਿੱਖਾ ਯਾਦ ਰੱਖੀ, ਗੁਰੂ ਨਾਨਕ ਸਾਹਿਬ ਨੂੰ ਉਹ ਘਰ ਨਹੀਂ ਚੰਗਾ ਲੱਗਦਾ ਜਿਸ ਘਰ 'ਚ ਕਦੇ ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ, ਜਿੱਥੇ ਕਦੇ ਜਾਪ ਸਾਹਿਬ ਦੀਆਂ ਗੂੰਜਾਂ ਨਹੀਂ ਪੈਂਦੀਆਂ, ਜਿੱਥੇ ਕਦੇ ਸਵਈਏ ਨਹੀਂ ਪੜ੍ਹੇ ਜਾਂਦੇ, ਆਨੰਦ ਨਹੀਂ ਪੜ੍ਹਿਆ ਜਾਂਦਾ, ਜਿੱਥੇ ਚੁਪਈ ਤੇ ਰਹਿਰਾਸ ਸਾਹਿਬ ਜੀ ਦੀ ਬਾਣੀ ਦੀ ਗੂੰਜ ਨਹੀਂ ਪੈਂਦੀ, ਜਿੱਥੇ ਨਿਰੰਕਾਰ ਪਰਮੇਸ਼ਰ ਦਾ ਭਜਨ ਨਹੀਂ ਹੁੰਦਾ, ਉਹ ਘਰ ਗੁਰੂ ਨਾਨਕ ਨੂੰ ਨਹੀਂ ਚੰਗਾ ਲੱਗਦਾ। ਤੇ ਜਿੱਥੇ ਜਪਜੀ ਸਾਹਿਬ ਦੇ ਨਾਲ ਦਿਨ ਦੀ ਅੰਮ੍ਰਿਤ ਵੇਲੇ ਦੀ ਪ੍ਰਾਰੰਭਤਾ ਹੁੰਦੀ ਹੈ, ਘਰ ਵਿੱਚ ਗੁਰਬਾਣੀ ਦੀਆਂ ਗੂੰਜਾਂ ਪੈਂਦੀਆਂ ਹਨ, ਵਾਹਿਗੁਰੂ ਮੂਲ ਮੰਤਰ ਤੇ ਜਾਪ ਦਾ ਅਭਿਆਸ ਹੁੰਦਾ ਹੈ, ਉਹਨਾਂ ਘਰਾਂ ਵਿੱਚੋਂ ਤਾਂ ਗੁਰੂ ਨਾਨਕ ਸਾਹਿਬ ਕਿਤੇ ਬਾਹਰ ਜਾਂਦੇ ਹੀ ਨਹੀਂ, ਉੱਥੇ ਹੀ ਵਸਦੇ ਹਨ। ਪਾਤਸ਼ਾਹ ਦੱਸਦੇ ਆ ਮਰਦਾਨਿਆਂ, ਮੈਨੂੰ ਇਹੋ ਜੀਆਂ ਥਾਵਾਂ ਚੰਗੀਆਂ ਲੱਗਦੀਆਂ ਜਿੱਥੇ ਪਰਮੇਸ਼ਰ ਦੀ ਸਿਫਤ ਹੁੰਦੀ ਹੈ। ਦੋਹਰਾ ਸਿੱਧ ਸਾਧ ਜੋਗੀ ਜਤੀ ਤਪੀ ਚੈਤ ਸਭ ਨਾਮ। ਵੱਡੇ ਵੱਡੇ ਸਿੱਧ ਸਾਧ ਜੋਗੀ ਜਤੀ ਤਪੀ ਇਹ ਸਭ ਪਰਮੇਸ਼ਰ ਦਾ ਨਾਮ ਚਾਹੁੰਦੇ ਹਨ। ਜਗ ਕੇ ਸਵਾਦ ਵਿਸਾਰ ਕੈ ਤਿਆਗ ਗਏ ਨਿਜ ਧਾਮ। ਕਿੰਨੇ ਕਿੰਨੇ ਸਾਧੂ ਮਹਾਤਮਾ ਨੇ ਜਿਨ੍ਹਾਂ ਨੇ ਜਗਤ ਦੇ ਸਵਾਦਾਂ ਨੂੰ ਛੱਡ ਕੇ, ਜਗਤ ਦੇ ਪਦਾਰਥਾਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਸਭ ਕੁਝ ਤਿਆਗ ਗਏ। ਸੋਰਠਾ ਹਿਰਦੇ ਨ ਪ੍ਰੇਮ ਸਮਾਏ ਸ਼੍ਰੀ ਨਾਨਕ ਤਨ ਭਗਤ ਤਰ। ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਹਿਰਦਾ ਨਾ ਪ੍ਰੇਮ ਸਮਾਏ। ਜਦੋਂ ਉਹਨਾਂ ਸਾਧੂਆਂ ਨੂੰ ਚੇਤੇ ਕੀਤਾ ਨਾ ਗੁਰੂ ਨਾਨਕ ਸਾਹਿਬ ਨੇ, ਨਾਮ ਜਪਣ ਵਾਲਿਆਂ ਨੂੰ, ਜਿਨ੍ਹਾਂ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਤੇ ਰੱਬ ਨੂੰ ਮਿਲਣ ਵਾਸਤੇ ਜਿਨ੍ਹਾਂ ਨੇ ਕਰਮ ਕੀਤੇ, ਜਦੋਂ ਉਹ ਯਾਦ ਆਏ ਨਾ ਗੁਰੂ ਨਾਨਕ ਸਾਹਿਬ ਨੂੰ, ਆਹਾ
ਸਤਿਗੁਰਾਂ ਦੇ ਹਿਰਦੇ 'ਚੋਂ ਪ੍ਰੇਮ ਸਮਾਇਆ ਨਹੀਂ। ਕਹਿੰਦੇ ਭਗਤੀ ਨਹੀਂ ਮਾਨੋ ਗੁਰੂ ਨਾਨਕ ਦਾ ਤਨ ਧਾਰਨ ਕੀਤਾ ਹੈ। ਆਸਾ ਰਾਗ ਉਠਾਏ ਗਾਇਓ ਸ਼ਬਦ ਬਣਾਏ ਕੈ। ਜਦੋਂ ਰੱਬ ਦੇ ਪਿਆਰੇ ਚੇਤੇ ਆਏ, ਉਹਦੀ ਬੰਦਗੀ ਕਰਨ ਵਾਲੇ, ਉਹਨੂੰ ਮਿਲਣ ਦੀ ਤਾਂਘ ਰੱਖਣ ਵਾਲੇ ਮਹਾਰਾਜ ਜੀ ਨੂੰ ਚੇਤੇ ਆਏ ਨਾ, ਉਹਨਾਂ ਨੂੰ ਚੇਤੇ ਕਰਕੇ ਪਾਤਸ਼ਾਹ ਦੇ ਹਿਰਦੇ 'ਚ ਪ੍ਰੇਮ ਉਮੜਿਆ। ਉਸ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆਂ ਨੇ ਪਾਤਸ਼ਾਹ ਨੇ ਆਸਾ ਰਾਗ ਅਲਾਪਿਆ ਤੇ ਆਖਿਆ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਭਾਈ ਮਰਦਾਨੇ ਨੇ ਆਸਾ ਰਾਗ ਦੇ ਵਿੱਚ ਰਬਾਬ ਵਜਾਈ ਤੇ ਜਗਤ ਗੁਰੂ ਪਾਤਸ਼ਾਹ ਨੇ ਮੁਖੋਂ ਸ਼ਬਦ ਉਚਾਰਨ ਕੀਤਾ। ਆਸਾ ਘਰ ਚੌਥਾ ਮਹੱਲਾ ਪਹਿਲਾ। ਆਸਾ ਰਾਗ ਕੇਵਲ ਗੁਰੂ ਨਾਨਕ ਸਾਹਿਬ ਨੇ ਗਾਇਆ। ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ, ਰਾਗ ਨਾਦ ਰਾਗੀ ਜਾਨਾ, ਬਹੁਤਾ ਢੰਗ ਤਾਂ ਰਾਗੀ ਦੱਸ ਸਕਦੇ ਆ ਰਾਗਾਂ ਬਾਰੇ, ਪਰ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਭਾਰਤੀ ਸੰਗੀਤ ਦੀ ਪੱਧਤੀ ਵਿੱਚ, ਜਿਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਐ, ਸ਼ਾਸਤਰੀ ਸੰਗੀਤ ਦੀ ਪੱਧਤੀ ਵਿੱਚ ਆਸਾ ਰਾਗ ਕਿਸੇ ਨੇ ਨਹੀਂ ਗਾਇਆ। ਗੁਰਮਤਿ ਸੰਗੀਤ ਵਿੱਚ ਕੇਵਲ ਤਾਂ ਕੇਵਲ ਇਹ ਰਾਗ ਗੁਰੂ ਨਾਨਕ ਸਾਹਿਬ ਨੇ ਵਰਤਿਆ, ਗੁਰੂ ਨਾਨਕ ਸਾਹਿਬ ਨੇ ਗਾਇਆ ਰਾਗ ਆਸਾ। ਅੰਮ੍ਰਿਤ ਵੇਲੇ ਦਾ ਰਾਗ ਹੈ, ਅੰਮ੍ਰਿਤ ਵੇਲੇ ਰਾਗ ਗਾਵਿਆ ਜਾਂਦਾ। ਆਸਾ ਜੀ ਦੀ ਵਾਰ ਦਾ ਕੀਰਤਨ ਨਹੀਂ, ਪੁਰਾਤਨ ਰਾਗੀ ਸਿੰਘ ਆਸਾ ਦੀਆਂ ਵਾਰ ਦੀਆਂ ਰਾਗ ਦੀਆਂ ਜਿਹੜੀਆਂ ਸੁਰਾਂ ਨੇ ਉਹਦੇ ਤੇ ਗਾਇਨ ਕਰਦੇ ਹਨ। ਤੋ ਆਸਾ ਰਾਗ ਹੈ। ਘਰ ਚੌਥੇ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਉਚਾਰਦੇ ਹਨ, ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਜੋ ਇੱਕ ਅਦੁੱਤੀ ਹੈ। ਇੱਕ ਨੂੰ ਨਖੇੜ ਕੇ ਹੀ ਕਰਨਾ ਪਾਠ ਹਮੇਸ਼ਾ। ਕਈ ਵਾਰੀ ਪਾਠ ਕਰਦਿਆਂ ਕਹਿ ਜਾਂਦੇ ਆ ਕਈ, ਇੱਕ ਓੰਕਾਰ ਨਾ ਭਾਈ, ਇੱਕ ਤੇ ਥੋੜਾ ਜਿਹਾ ਰੁਕ ਕੇ ਜਮਕ ਦੇ ਕੇ ਇੱਕ ਓੰਕਾਰ, ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਜਿਸ ਵਰਗਾ ਉਹੀ ਹੈ। ਆਹ, ਜਿਸ ਵਰਗਾ ਉਹੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ, ਉਹਨੂੰ ਕਹਿੰਦੇ ਨੇ ਇੱਕ ਅਦੁੱਤੀ। ਸਜਾਤੀ ਵਿਜਾਤੀ ਸਾਵਗਤ ਤਿੰਨਾਂ ਭੇਦਾਂ ਤੋਂ ਰਹਿਤ ਇੱਕ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਪੈਦਾ ਕਰਦਾ ਹੈ, ਪਾਲਦਾ ਹੈ ਔਰ ਸੰਘਾਰਦਾ ਹੈ, ਔਰ ਸੰਸਾਰ ਦੇ ਸਮਸਤ ਬ੍ਰਹਿਮੰਡ ਦਾ ਬੀਜ ਹੈ ਓੰਕਾਰ। ਇਸੇ ਬੀਜ ਤੋਂ ਇਹ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਔਰ ਜਿਹੜਾ ਉਚਾਰਣੇ ਮਾਤਰ ਸੇ ਰੱਖਿਆ ਕਰੇ ਉਹਨੂੰ ਕਹਿੰਦੇ ਨੇ ਓੰਕਾਰ। ਜਦੋਂ ਰਸਨਾ ਤੋਂ ਕਹੀਏ ਇੱਕ ਓੰਕਾਰ ਤੇ ਇੱਕ ਓੰਕਾਰ ਕਹਿੰਦੇ ਆ ਸਾਡੀ ਰੱਖਿਆ ਹੁੰਦੀ ਹੈ। ਉਚਾਰਣੇ ਮਾਤਰ ਸੇ ਜੋ ਰੱਖਿਆ ਕਰੇ ਉਹਨੂੰ ਵੀ ਕਹਿੰਦੇ ਨੇ ਓੰਕਾਰ। ਹਾਂਜੀ, ਸਤਿਗੁਰ ਪ੍ਰਸਾਦ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਅਦੁੱਤੀ, ਸਭ ਦਾ ਪ੍ਰਕਾਸ਼ਕ, ਸਭ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਸੰਘਾਰਨ ਵਾਲਾ, ਸਭ ਦਾ ਰਾਖਾ। ਪੁੱਛਿਆ ਜੀ ਉਹ ਕਿਵੇਂ ਮਿਲਦਾ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਪਾਤਸ਼ਾਹ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੂਖ ਤੀਰਥ ਕੀਏ। ਦੇਵਤਿਆਂ ਦਰਸ਼ਨ ਕੈ ਤਾਈ। ਦੇਵਤਿਆਂ ਦਾ ਮਤਲਬ ਜਿਹੜੇ ਦੇਵਤਿਆਂ ਦੇ ਸਰੀਖੇ ਸਿੱਧ ਪੁਰਸ਼ ਸੀ। ਅਸੀਂ ਜਿਹੜਾ ਬੜਾ ਨੇਕ ਨੀਅਤ ਇਨਸਾਨ ਹੋਵੇ ਉਹਨੂੰ ਕਹਿ ਦਿੰਦੇ ਤਾਂ ਜੀ ਦੇਵਤਾ ਹੈ। ਸਾਡੀ ਆਮ ਬੋਲੀ 'ਚ ਅਸੀਂ ਵਰਤਦੇ ਜੀ ਫਲਾਣਾ ਬੰਦਾ ਤਾਂ ਜੀ ਨਿਰਾ ਹੀ ਦੇਵਤਾ ਹੈ, ਯਾਨੀ ਕਿ ਜਿਹੜਾ ਬਿਲਕੁਲ ਭਲਾ ਮਾਨਸ, ਇਮਾਨਦਾਰ, ਨਿਸ਼ਕਪਟ ਵਿਅਕਤੀ ਹੁੰਦਾ ਉਹਨੂੰ ਦੇਵਤੇ ਕਹਿੰਦੇ ਆ। ਇੱਥੇ ਦੇਵਤਿਆਂ ਦਾ ਮਤਲਬ ਇਹ ਹੈ ਕਿ ਜਿਹੜੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਰੱਖਣ ਵਾਲੇ ਉੱਤਮ ਪੁਰਸ਼, ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਕਈਆਂ ਨੇ
ਦੁੱਖ ਸਹਾਰੇ ਆਪਣੇ ਤਨ ਤੇ, ਭੁੱਖਾਂ ਸਹਾਰੀਆਂ, ਤੀਰਥਾਂ ਦਾ ਰਟਨ ਕੀਤਾ, ਭਰਮਣ ਕੀਤਾ, ਇਸ ਲਈ ਕਿ ਪ੍ਰਭੂ ਦੇ ਦਰਸ਼ਨ ਹੋ ਜਾਣ। ਕਿਤਨੇ ਹੀ ਨੇ, ਸਾਰੇ ਤਾਂ ਨਹੀਂ ਪਖੰਡੀ ਹੁੰਦੇ ਖਾਲਸਾ ਜੀ ਜਿਹੜੇ ਤੀਰਥਾਂ ਤੇ ਜਾਂਦੇ ਆ, ਸਾਰੇ ਤਾਂ ਨਹੀਂ ਦੰਭੀ ਹੁੰਦੇ। ਉਹਨਾਂ ਤੀਰਥਾਂ ਤੇ ਜਾਣ ਵਾਲੇ ਭਲੇ ਵੀ ਤਾਂ ਹੁੰਦੇ ਨੇ। ਉਹਨਾਂ ਤੀਰਥਾਂ ਤੇ ਰਹਿਣ ਵਾਲੇ ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਂਪੁਰਸ਼ ਵੀ ਤਾਂ ਹਨ, ਉਹ ਵੀ ਤੀਰਥ ਦੇ ਕੰਢੇ ਹੀ ਰਹਿੰਦੇ ਨੇ। ਇਸ ਕਰਕੇ ਕਹਿੰਦੇ ਭਾਈ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਉਸ ਪ੍ਰਭੂ ਦੇ ਦਰਸ਼ਨਾਂ ਦੀ ਖੁਆਇਸ਼ ਰੱਖ ਕੇ ਤੀਰਥਾਂ ਤੇ ਜਾਂਦੇ ਨੇ, ਦੁੱਖ ਤੇ ਭੁੱਖ ਆਪਣੇ ਸਰੀਰ ਤੇ ਚੱਲਦੇ, ਆਪਣੇ ਸਰੀਰ ਤੇ ਸਹਾਰਦੇ ਨੇ। ਕਾਹਦੇ ਲਈ? ਕਿ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਅਕਾਲ ਪੁਰਖ ਦੇ ਦਰਸ਼ਨ ਹੋ ਜਾਣ। ਕਿਤਨੇ ਕਿਤਨੇ ਕਸ਼ਟ ਸਹਾਰਦੇ ਨੇ ਮਹਾਂਪੁਰਸ਼ ਮਹਾਤਮਾ, ਕਿਤਨੀ ਕਿਤਨੀ ਕਰੜੀ ਘਾਲਣਾ ਘਾਲਦੇ ਹਨ। ਕਿਉਂ ਘਾਲਦੇ ਨੇ? ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ, ਕਲਗੀਧਰ ਦੇ ਬਚਨ ਨੇ। ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਾਂਗੇ ਮੁਕਤ ਫਲ ਪਾਵਹਿੰਗੇ ਭਗਵੰਤ। ਰੱਬ ਦੇ ਪਿਆਰੇ ਸੰਸਾਰ ਵਿੱਚ ਅਨੇਕਾਂ ਕਸ਼ਟ ਵੀ ਸਹਾਰਦੇ, ਉਹ ਤਨ ਤੇ ਵੀ ਦੁੱਖ ਭੁੱਖ ਸਹਾਰਦੇ। ਔਰ ਕਾਹਦੇ ਲਈ? ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਲਈ। ਪਾਤਸ਼ਾਹ ਇੱਥੇ ਸਪਸ਼ਟ ਕਰ ਰਹੇ ਨੇ, ਦੇਵਤਿਆਂ ਦਰਸ਼ਨ ਕੈ ਤਾਈ, ਦੇਵਤਿਆਂ ਦੇ ਸਮਾਨ ਜਿਹੜੇ ਸਿੱਧ ਪੁਰਸ਼ ਨੇ, ਉੱਤਮ ਪੁਰਸ਼ ਨੇ, ਦਰਸ਼ਨ ਕੈ ਤਾਈ, ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਗ ਰੱਖ ਕੇ ਦੁੱਖ ਭੂਖ ਤੀਰਥ ਕੀਏ, ਬੜੇ ਬੜੇ ਦੁੱਖ ਸਹਾਰੇ ਉਹਨਾਂ ਨੇ ਆਪਣੇ ਤਨ ਤੇ, ਬੜੀਆਂ ਬੜੀਆਂ ਭੁੱਖਾਂ ਤ੍ਰਿਆਂ ਆਪਣੇ ਤਨਾਂ ਤੇ ਸਹਾਰੀਆਂ। ਕਬੀਰ ਜੀ ਮਹਾਰਾਜ ਜੀ ਦੇ ਘਰ ਵਿੱਚ ਪ੍ਰਸ਼ਾਦਾ ਨਹੀਂ ਸੀ ਪੱਕਦਾ, 2 ਵੇਲੇ ਮਾਈ ਲੜ ਪੈਂਦੀ ਸੀ। ਇਹੋ ਜਿਹੇ ਸਮੇਂ ਵਿੱਚ ਵੀ ਰਹੇ ਨੇ ਉਹਨਾਂ ਮਹਾਂਪੁਰਸ਼ਾਂ ਭਗਤ। ਕਾਹਦੇ ਲਈ ਦੁੱਖਾਂ ਭੁੱਖਾਂ ਨੂੰ ਸਹਾਰਿਆ? ਕਿ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਅੰਮ੍ਰਿਤ ਵੇਲੇ ਉੱਠਣ ਦਾ ਕਿਸੇ ਨੂੰ ਚਿੱਤ ਕਰਦਾ ਭਲਾ? 2, 2:30 ਵਜੇ 3 ਵਜੇ ਕਿਹਦਾ ਚਿੱਤ ਕਰਦਾ ਨੀਂਦ ਤਿਆਗੀਏ? ਸਾਰਿਆਂ ਨੂੰ ਨੀਂਦ ਪਿਆਰੀ ਲੱਗਦੀ ਹੈ, ਪਰ ਗੁਰੂ ਕਾ ਸਿੱਖ ਉਦਮੀ ਹੋ ਕੇ ਉਸ ਵੇਲੇ ਉਸ ਨਿੰਦਰਾ ਦਾ ਤਿਆਗ ਕਰਦਾ। ਇਹ ਵੀ ਤਾਂ ਇੱਕ ਬੜਾ ਵੱਡਾ ਤਪ ਹੈ ਨਾ, ਸਾਧਨਾ ਹੈ ਨਾ, ਤਪੱਸਿਆ ਹੀ ਹੈ ਨਾ। ਇਹ ਤਪ ਨਹੀਂ ਤਾਂ ਕੀ ਹੈ ਭਾਈ? ਇਹ ਵੀ ਤਪ ਹੈ। ਕਾਹਦੇ ਲਈ ਹੁੰਦਾ ਹੈ? ਕਿ ਮੈਨੂੰ ਮੇਰੇ ਪ੍ਰਭੂ ਦਾ ਸਾਖਸ਼ਾਤਕਾਰ ਹੋ ਜਾਏ। ਦੁਨੀਆ ਦੀ ਦ੍ਰਿਸ਼ਟੀ ਵਿੱਚ ਇਹ ਦੁੱਖ ਹੈ। ਲੋਕ ਕਹਿੰਦੇ ਕਿੱਥੇ ਸਵੇਰੇ ਸਵੇਰੇ ਬਾਲਟੀਆਂ ਖੜਕਾਈ ਜਾਂਦੇ ਹੈ, ਕਿ ਸਵੇਰੇ ਸਵੇਰੇ ਨਾ ਇਹਨਾਂ ਨੂੰ ਚੈਨ ਕੋਈ ਨਹੀਂ, ਇਹ ਟਿਕਦੇ ਨਹੀਂ ਹਨ। ਦੁਨੀਆ ਕਹਿੰਦੀ ਖਬਰੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ, ਇਹ ਦੁਖੀ ਨਹੀਂ ਹੁੰਦੇ। ਲੋਕਾਂ ਨੂੰ ਲੱਗਦਾ ਵੀ ਇਹ ਦੁੱਖ ਹੈ, ਪਰ ਜਿਹੜਾ ਅੰਮ੍ਰਿਤ ਵੇਲੇ ਦਾ ਅਭਿਆਸੀ ਹੋ ਜਾਂਦਾ ਕਹਿੰਦਾ ਇਹਦੇ ਵਰਗਾ ਤਾਂ ਆਨੰਦ ਹੀ ਕੋਈ ਨਹੀਂ, ਖੇੜਾ ਹੀ ਕੋਈ ਨਹੀਂ। ਦੁਨੀਆ ਨੂੰ ਇਹ ਜਾਪਦਾ ਵੀ ਇਹ ਦੁੱਖ ਹੈ, ਉਹ ਆਖਦੇ ਆ ਇਹ ਦੁੱਖ ਹੈ। ਉਹ ਕਹਿੰਦੇ ਤਾਂ ਪਿਆ ਦੁੱਖ ਸਾਧਦਾ ਹੈ ਕਿਉਂਕਿ ਇਹਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੈ। ਹਾਂਜੀ। ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੇ ਪੇਖ ਪਏ। ਬੜੇ ਬੜੇ ਜੋਗੀ, ਸਾਰੇ ਜੋਗੀ ਤਾਂ ਨਹੀਂ ਸਨ ਮਾੜੇ, ਉਹਨਾਂ ਚ ਮੰਗਲਨਾਥ ਵਰਗੇ, ਗੋਪੀ, ਪਿੱਛੇ ਜ਼ਿਕਰ ਆਇਆ ਨਾ ਸਿੱਧਾਂ ਦਾ, ਗੋਪੀਨਾਥ, ਮੰਗਲਨਾਥ, ਉਹ ਕਿੱਡੇ ਪਿਆਰੇ ਸਿੱਧ ਸੀ, ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ ਕਰਦੇ ਸੀ ਉਹ ਜੋਗੀ। ਤੋ ਜੋਗੀ ਜਤੀ ਜੁਗਤ ਮਹਿ ਰਹਤੇ, ਉਹ ਆਪਣੀ ਮਰਿਆਦਾ 'ਚ ਰਹਿੰਦੇ। ਕਿਉਂ ਰਹਿੰਦੇ ਨੇ ਮਰਿਆਦਾ 'ਚ? ਵੀ ਸਾਨੂੰ ਪਰਮੇਸ਼ਰ ਮਿਲ ਜਾਏ। ਜੁਗਤ ਦਾ ਇੱਥੇ ਮਤਲਬ ਹੈ ਮਰਜ਼ਾਦਾ, ਜਿਹੜੀ ਉਹਨਾਂ ਦੀ ਦੱਸੀ ਜੋਗ ਦੀ ਜਾਂ ਜਤੀਆਂ ਦੀ ਜਿਹੜੀ ਮਰਿਆਦਾ ਹੁੰਦੀ ਹੈ, ਉਸ ਮਰਿਆਦਾ ਵਿੱਚ ਉਸ ਜੁਗਤ 'ਚ ਰਹਿੰਦੇ ਨੇ। ਕਰ ਕਰ ਭਗਵੇ ਭੇਖ ਭਏ, ਕਈਆਂ ਨੇ ਭਗਵੇ ਰੰਗ ਦੇ, ਗੇਰੂ ਰੰਗ ਦੇ ਕੱਪੜੇ ਧਾਰਨ ਕਰ ਲਏ, ਭੇਖ ਧਾਰਨ ਕਰ ਲਏ। ਕਾਹਦੇ ਲਈ? ਕਿ ਸਾਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇ। ਤੋ ਕਾਰਣ ਸਾਹਿਬਾ ਰੰਗ ਰਤੇ, ਇਹ ਸਾਹਿਬਾ ਤੇਰੇ ਪ੍ਰੇਮ ਦੇ ਰੰਗ ਵਿੱਚ ਰਤੇ, ਤੇਰੇ ਵਾਸਤੇ ਉਹਨਾਂ ਨੇ ਸਭ ਕੁਝ ਕੀਤਾ ਕਿ ਤੂੰ ਉਹਨਾਂ ਨੂੰ ਮਿਲ ਜਾਏ। ਤੋ ਕਾਰਣ ਸਾਹਿਬਾ ਰੰਗ ਰਤੇ, ਤੇਰੇ ਵਾਸਤੇ ਤੇਰੇ ਪ੍ਰੇਮ 'ਚ ਰੰਗੇ ਹੋਏ ਨੇ।
ਤੇਰੀ ਪ੍ਰੀਤ ਦੇ ਰੰਗ ਵਿੱਚ ਰੰਗੇ ਹੋਏ ਨੇ। ਤੇਰੇ ਨਾਮ ਅਨੇਕਾ ਰੂਪ ਅਨੰਤਾ। हे ਵਾਹਿਗੁਰੂ, ਤੇਰਾ ਇੱਕ ਨਾਮ ਥੋੜੀ ਹੈ। ਮੈਂ ਕਹਾਂ ਕਿ ਕੱਲਾ ਵਾਹਿਗੁਰੂ ਹੀ ਤੇਰਾ ਨਾਮ ਹੈ? ਨਾ, ਤੇਰੇ ਅਨੇਕਾਂ ਹੀ ਨਾਮ ਨੇ। ਕੋਈ ਗੋਬਿੰਦ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ ਹੈ। हे ਪ੍ਰਭੂ, ਕਿਤਨੇ ਨਾਮ ਨੇ ਤੇਰੇ। ਤੇਰੇ ਨਾਮ ਵੀ ਅਨੇਕਾਂ ਹਨ, ਰੂਪ ਅਨੰਤਾ। ਤੇਰੇ ਰੂਪ ਵੀ ਅਨੰਤ ਨੇ। ਇੱਕ ਰੂਪ ਥੋੜੀ ਹੈ ਤੇਰਾ, ਅਨੇਕਾਂ ਰੂਪਾਂ ਵਾਲਾ ਹੈ ਤੂੰ। ਕਦੇ ਕਿਹੋ ਜਿਹਾ ਰੂਪ ਹੋ ਕੇ ਆ ਜਾਣਾ, ਕਦੇ ਕਿਹੋ ਜਿਹਾ ਰੂਪ ਹੋ ਕੇ ਆ ਜਾਣਾ। ਅਨੇਕਾਂ ਹੀ ਰੂਪ ਨੇ ਤੇਰੇ। ਰੂਪ ਅਨੰਤਾ, ਅਨੰਤ ਹੀ ਤੇਰੇ ਰੂਪ ਹਨ। ਕਹਿਣ ਨ ਜਾਈ ਤੇਰੇ ਗੁਣ ਕੀਤੇ। ਇਹ ਮੇਰੇ ਰੱਬ ਜੀ, ਕਹਿ ਨਹੀਂ ਜਾਂਦੇ ਤੇਰੇ ਗੁਣ ਕਿਤਨੇ ਹਨ। ਵੇਖੋ ਗੁਰੂ ਨਾਨਕ ਸਾਹਿਬ ਦੀ ਬਾਣੀ ਕਿਤਨੀ ਮਿੱਠੀ ਹੈ। ਅੰਮ੍ਰਿਤ ਹੈ ਇਹ ਅੰਮ੍ਰਿਤ ਖਾਲਸਾ ਜੀ। ਲੋਕ ਪੁੱਛਦੇ, ਕਹਿੰਦੇ ਸਵਰਗਪੁਰੀ ਵਿੱਚ ਦੇਵਤਿਆਂ ਕੋਲ ਅੰਮ੍ਰਿਤ ਹੈ, ਔਰ ਉਸ ਅੰਮ੍ਰਿਤ ਦੇ ਉੱਤੇ ਕਬਜ਼ਾ ਇੰਦਰ ਦਾ ਹੈ। ਸਵਰਗਪੁਰੀ ਵਿੱਚ ਦੇਵਤਿਆਂ ਕੋਲ ਅੰਮ੍ਰਿਤ ਹੈ, ਹੋਵੇਗਾ, ਅਸੀਂ ਉਹਦੇ ਤੋਂ ਮੁਨਕਰ ਨਹੀਂ। ਪਰ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਦੇ ਸਿੱਖਾਂ ਕੋਲ ਪ੍ਰਤੱਖ ਰੂਪ ਵਿੱਚ ਅੰਮ੍ਰਿਤ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਸਤਿ ਸ੍ਰੀ ਅਕਾਲ। ਔਰ ਚੇਤੇ ਰੱਖਿਓ, ਇਸ ਅੰਮ੍ਰਿਤ ਦੇ ਉੱਤੇ ਕੱਲਾ ਸਿੱਖਾਂ ਦਾ ਕਬਜ਼ਾ ਨਹੀਂ ਹੈ। ਇਸ ਅੰਮ੍ਰਿਤ ਦੇ ਉੱਤੇ ਮੁਸਲਮਾਨ ਵੀ ਆ ਕੇ ਆਪਣਾ ਹੱਕ ਅਜਮਾ ਸਕਦੇ, ਉਹ ਵੀ ਪੜ੍ਹ ਸਕਦੇ ਹੈ। ਹਿੰਦੂ ਵੀ ਪੜ੍ਹ ਸਕਦੇ ਆ ਸੁਖਮਣੀ ਸਾਹਿਬ ਦੀ ਬਾਣੀ, ਜੈਨੀ ਵੀ ਪੜ੍ਹ ਸਕਦੇ ਆ, ਬੋਧੀ ਵੀ ਪੜ੍ਹ ਸਕਦੇ ਆ। ਇਸ ਅੰਮ੍ਰਿਤ ਤੇ ਸਭ ਦਾ ਹੱਕ ਹੈ। ਕੋਈ ਗਾਵੇ ਕੋ ਸੁਣਾ, ਕੋਈ ਗਾਵੇ ਕੋਈ ਸੁਣੇ। ਕੈਸੀ ਅੰਮ੍ਰਿਤ ਸਰੀਖੀ ਮਹਾਰਾਜ ਜੀ ਦੀ ਬਾਣੀ, ਕਿਤਨੀ ਮਿੱਠੀ। ਦੇਵਤਿਆਂ ਦਰਸ਼ਨ ਕੈ ਤਾਈ, ਦੁਖ ਭੂਖ ਤੀਰਥ ਕੀਏ। ਕੈਸੇ ਪਿਆਰ ਵਿੱਚ ਪਾਤਸ਼ਾਹ, ਤਉ ਕਾਰਨ ਸਾਹਿਬਾ ਰੰਗ ਰਤੇ। ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨ ਜਾਈ ਤੇਰੇ ਗੁਣ ਕੀਤੇ। हे ਪ੍ਰਭੂ, ਕਹੇ ਨਹੀਂ ਜਾਂਦੇ ਤੇਰੇ ਕਿਤਨੇ ਗੁਣ ਹਨ, ਕਹੇ ਹੀ ਨਹੀਂ ਜਾ ਸਕਦੇ, ਬਿਆਨੇ ਹੀ ਨਹੀਂ ਜਾ ਸਕਦੇ। ਰਹਾਉ ਦਰ ਕਰ ਮਹੱਲਾ ਹਸਤੀ ਘੋੜੇ, ਛੋੜ ਵਿਲਾਇਤ ਦੇਸ ਗਏ। ਦਰ ਘਰ ਮਹਿਲਾ, ਦਰ ਘਰ ਮਹਿਲਾ ਦਾ ਮਤਲਬ ਬੜੇ ਬੜੇ ਰਾਜੇ ਜਿਨ੍ਹਾਂ ਦੇ ਕੋਲ ਬੜੇ ਬੜੇ ਵੱਡੇ ਮਹਿਲ, ਦਰ ਘਰ, ਹਾਥੀ ਸਨ, ਘੋੜੇ ਸਨ, ਵਤਨ ਸੀ ਬੜੇ ਬੜੇ। ਵਿਲਾਇਤ ਦਾ ਇੱਥੇ ਅਰਥ ਕਰਾਂਗੇ ਵਤਨ। ਉਹ ਸਭ ਕੁਝ ਛੱਡ ਕੇ, ਤਿਆਗ ਕੇ, ਉਹ ਵੱਡੇ ਵੱਡੇ ਗੋਪੀਨਾਥ ਵਰਗੇ ਰਾਜੇ, ਭਰਥਰੀ ਜੀ ਵਰਗੇ ਰਾਜੇ, ਕਿੱਡੇ ਕਿੱਡੇ ਮਹਿਲ ਸਨ, ਪ੍ਰਭੂ ਨੂੰ ਮਿਲਣ ਦੀ ਸਿੱਕ ਰੱਖ ਕੇ ਸਭ ਕੁਝ ਛੱਡ ਕੇ ਟੁਰ ਪਏ। ਖਾਲਸਾ ਜੀ, ਉਹਨਾਂ ਤਿਆਗੀਆਂ ਨੂੰ ਵੀ ਤੇ ਨਮਸਕਾਰ ਹੈ ਨਾ। ਅਸੀਂ ਕਹਿੰਦੇ ਆ ਜੀ ਕੀ ਮਿਲ ਜਾਂਦਾ, ਸਾਡੇ ਕੋਲੋਂ ਧੇਲੇ ਦੀ ਕੋਈ ਵਸਤ ਨਹੀਂ ਤਿਆਗੀ ਜਾਂਦੀ। ਉਹ ਜਿਹੜੇ ਮਹਿਲ ਛੱਡ ਕੇ, ਮਾੜੀਆਂ ਛੱਡ ਕੇ, ਸੋਨਿਆਂ ਦੇ ਚਾਂਦੀਆਂ ਦੇ ਭਰੇ ਅੰਬਾਰ ਛੱਡ ਕੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਟੁਰ ਪਏ, ਉਹਨਾਂ ਤਿਆਗੀਆਂ ਨੂੰ ਵੀ ਨਮਸਕਾਰ ਹੈ ਬਈ। ਸਾਡੇ ਕੋਲੋਂ ਤਾਂ ਇੱਕ ਧੇਲੇ ਦੀ ਸ਼ੈ ਨਹੀਂ ਤਿਆਗੀ ਜਾਂਦੀ। ਪਾਤਸ਼ਾਹ ਗੁਰੂ ਨਾਨਕ ਸਾਹਿਬ ਉਹਨਾਂ ਸਾਰਿਆਂ ਨੂੰ ਕਲਾਵੇਂ 'ਚ ਲੈ ਰਹੇ ਨੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਭਾਈ ਜਿਹੜੇ ਦਰ ਘਰ ਮਹਿਲਾ ਹਸਤੀ ਘੋੜੇ, ਛੋੜ ਵਿਲਾਇਤ ਦੇਸ਼ ਗਏ, ਆਪਣੇ ਵਿਲਾਇਤ ਦੇਸ਼ ਛੱਡ ਕੇ ਚਲੇ ਗਏ। ਪੀਰ ਪੈਗੰਬਰ ਸਾਲਿਕ ਸਾਦਿਕ, ਵੱਡੇ ਵੱਡੇ ਪੀਰ ਪੈਗੰਬਰ ਕਹਿੰਦੇ ਜਿਹੜੇ ਪੈਗਾਮ ਲੈ ਕੇ ਆਉਂਦੇ ਆ, ਸਾਲਕ ਕਹਿੰਦੇ ਆ ਰਾਹ ਦੱਸਣ ਵਾਲਿਆਂ ਨੂੰ। ਛੋਡੀ ਦੁਨੀਆ ਥਾਏ ਪਏ, ਸਾਧਕ ਕਹਿੰਦੇ ਨੇ ਸਿਦਕ ਰੱਖਣ ਵਾਲੇ ਵੀ ਬੜੇ ਬੜੇ ਨੇ। ਛੋਡੀ ਦੁਨੀਆ, ਉਹਨਾਂ ਨੇ ਵੀ ਇੱਕ ਵਾਰੀ ਸਭ ਕੁਝ ਛੱਡ ਕੇ, ਦੁਨੀਆ ਉਹ ਛੱਡ ਕੇ ਇਸ ਕਰਕੇ ਆਏ ਕਿ ਇਹ ਸਭ ਕੁਝ ਛੱਡ ਕੇ ਹੋ ਸਕਦਾ ਅਸੀਂ ਉਸ ਪ੍ਰਭੂ ਪਰਮੇਸ਼ਰ ਦੇ ਮਾਲਕ ਦੇ ਚਰਨਾਂ 'ਚ ਥਾਂ ਪੈ ਜਾਈਏ, ਥਾਂ ਪਏ, ਕਬੂਲ ਪੈ ਜਾਈਏ ਉਹਦੇ ਚਰਨਾਂ 'ਚ। ਵੱਡੇ ਵੱਡਿਆਂ ਪੀਰਾਂ, ਪੈਗੰਬਰਾਂ, ਰਾਹ ਦੱਸਣ ਵਾਲੇ, ਸਾਲਕਾਂ, ਸਾਧਕ, ਸਿਦਕ ਰੱਖਣ ਵਾਲਿਆਂ ਨੇ ਘਰ-ਬਾਰ ਛੱਡਿਆ,
ਬਹੁਤ ਕੁਝ ਦੁਨੀਆ ਆਦਾਰੀ ਸਭ ਕੁਝ ਛੱਡ ਕੇ ਉਹ ਇਸ ਕਰਕੇ ਛੱਡ ਕੇ ਆਏ ਕਿ ਸ਼ਾਇਦ ਅਸੀਂ ਆਪਣੇ ਮਾਲਕ ਦੇ ਚਰਨਾਂ 'ਚ ਕਬੂਲ ਪੈ ਜਾਈਏ। ਸਾਧ ਸਹਿਜ ਸੁਖ ਰਸ ਕਸ ਤਜੀਲੇ, ਕਾਪੜ ਛੋਡੇ ਚਮੜ ਲੀਏ। ਸਹਿਜ ਦੇ ਆਨੰਦ ਨੂੰ ਮਾਣਨ ਵਾਸਤੇ ਸਾਧ ਸਹਿਜ ਸੁਖ, ਜਿਹੜਾ ਅੰਦਰ ਦਾ ਆਤਮਿਕ ਸੁਖ ਹੈ, ਉਹਨੂੰ ਪ੍ਰਾਪਤ ਕਰਨ ਲਈ ਰਸ ਕਸ ਤਜੀਲੇ, ਦੁਨੀਆ ਦੇ ਰਸ ਕਸ ਛੱਡ ਦਿੱਤੇ, ਕਾਪੜ ਛੋਡੇ, ਕੱਪੜੇ ਛੱਡ ਕੇ ਜਿਹੜੀਆਂ ਮਿਰਗਾਵਲਾਂ ਸਨ ਚਮੜੇ ਦੀਆਂ ਬਣੀਆਂ ਹੋਈਆਂ ਉਹਨਾਂ ਨਾਲ ਤਨ ਕੱਜ ਲਏ। ਦੁਖੀਏ ਦਰਦਵੰਦ ਦਰ ਤੇਰੇ, ਨਾਮ ਰਤੇ ਦਰਵੇਸ ਪਏ। ਦੁਖੀਏ ਦਰਦਬੰਦ ਹੋ ਕੇ ਹੈ ਪ੍ਰਭੂ ਤੇਰੇ ਦਰ ਤੇ ਆਏ ਔਰ ਤੇਰੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਫਕੀਰ ਹੋ ਗਏ। ਦਰਵੇਸ਼ ਭਏ ਦਾ ਮਤਲਬ ਹੁੰਦਾ ਫਕੀਰ ਹੋ ਗਏ। ਖੱਲੜੀ ਖੱਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ। ਕਿਸੇ ਨੇ ਖੱਲੜੀ ਰੱਖੀ, ਖੱਲੜੀ ਇੱਕ ਚਮੜੇ ਦਾ ਬਟੂਆ ਜਿਹਾ ਹੁੰਦਾ, ਉਹ ਫਕੀਰ ਲੋਕ ਰੱਖਿਆ ਕਰਦੇ ਸੀ। ਕਿਸੇ ਖੱਲੜੀ ਰੱਖ ਲਈ, ਕਿਸੇ ਨੇ ਖੱਪਰ ਲੈ ਲਿਆ, ਅੱਧੀ ਚਿੱਪੀ ਜਿਹਨੂੰ ਕਹਿੰਦੇ ਨੇ ਖੱਪਰੀ, ਚਮੜੀ ਚਮੜੇ ਦੀਆਂ ਕੋਈ ਬਣੀਆਂ ਮਿਰਗ ਛਲਾਵਾਂ ਆਦਿਕ ਲੈ ਲਈਆਂ। ਤੇ ਫਿਰ ਜਿਹੜੇ ਬ੍ਰਾਹਮਣ ਆਦਿਕ ਸਨ ਉਹਨਾਂ ਨੇ ਸਿਰ ਦੇ ਉੱਤੇ ਚੋਟੀਆਂ, ਸਿਖਾ, ਸੂਤਰ, ਗਲਿਆਂ ਦੇ ਵਿੱਚ ਸੂਤਰ ਧਾਗੇ ਆਦਿਕ ਪਾ ਲਏ, ਸਿਖਾ ਸੂਤ ਧੋਤੀ ਆਦਿਕ ਤੇੜ ਧਾਰਨ ਕਰ ਲਈ ਕਿ ਅਸੀਂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਨਾ ਹੈ। ਤੂੰ ਸਾਹਿਬ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕ ਜਾਤ ਕੈਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਖੀਰ ਚ ਅਤੀ ਬਨਿਮਰਤਾ ਨਾਲ ਕਹਿੰਦੇ, ਵਾਹਿਗੁਰੂ ਮੈਂ ਤੇਰੇ ਵਾਸਤੇ ਇਹਨਾਂ ਉੱਪਰ ਜਿਹੜੇ ਜਿੰਨੇ ਕਰਮ ਦੱਸੇ ਨੇ ਇਹਨਾਂ ਨੇ ਸਭ ਤੇਰੇ ਲਈ ਕੀਤੇ, ਪਰ ਹੇ ਪ੍ਰਭੂ ਮੈਂ ਤੇਰੇ ਵਾਸਤੇ ਇਹਨਾਂ ਵਿੱਚੋਂ ਉੱਪਰ ਜਿਹੜੇ ਦੱਸੇ ਨੇ ਕੁਝ ਵੀ ਨਹੀਂ ਕਰ ਸਕਿਆ, ਮੇਰੇ ਕੋਲੋਂ ਕੁਝ ਵੀ ਨਹੀਂ ਹੋ ਸਕਿਆ ਐਸਾ। ਉੱਪਰ ਜਿਨ੍ਹਾਂ ਦੇ ਬਾਰੇ ਦੱਸਿਆ ਵੀ ਰੱਬ ਨੂੰ ਪ੍ਰਾਪਤ ਕਰਨ ਲਈ ਕੀ ਕੀ ਕੀਤਾ ਉਹਨਾਂ ਨੇ, ਕਹਿੰਦੇ ਹੇ ਪ੍ਰਭੂ ਮੈਂ ਤਾਂ ਕੁਝ ਵੀ ਨਹੀਂ ਕਰ ਸਕਿਆ, ਮੈਂ ਤਾਂ ਤੇਰਾ ਸਵਾਂਗੀ ਹਾਂ। ਬਸ ਇੰਨਾ ਹੈ ਵੀ ਮੈਂ ਤੇਰਾ ਹਾਂ, ਤੇਰਾ ਭੇਖ ਜਿਹੜਾ ਮੈਂ ਉਹ ਧਾਰਨ ਕੀਤਾ, ਮੇਰੀ ਹੋਰ ਕੋਈ ਜਾਤ ਨਹੀਂ, ਨਾ ਮੈਂ ਬ੍ਰਾਹਮਣਾ ਚ ਹਾਂ, ਨਾ ਮੈਂ ਖੱਤਰੀ ਹਾਂ, ਨਾ ਮੈਂ ਸ਼ੂਦਰ ਹਾਂ, ਨਾ ਮੈਂ ਵੈਸ਼ ਹਾਂ। ਹੇ ਪ੍ਰਭੂ ਮੇਰੀ ਕੋਈ ਜਾਤ ਨਹੀਂ, ਬਸ ਮੈਂ ਤੇਰਾ ਸਵਾਂਗੀ ਹਾਂ, ਤੇਰਾ ਹਾਂ ਹੇ ਮੇਰਿਆ ਮਾਲਕਾ, ਔਰ ਤੇਰੀ ਕੋਈ ਜਾਤ ਨਹੀਂ ਹੈ। ਤੇਰਾ ਹਾਂ ਔਰ ਤੇਰੀ ਕੋਈ ਜਾਤ ਨਹੀਂ। ਇਹ ਸ਼ਬਦ ਮਹਾਰਾਜ ਜੀ ਬੀਆਬਾਨ ਉਜਾੜ ਸੀ ਜਿੱਥੇ ਬੈਠਿਆਂ ਪਾਤਸ਼ਾਹ ਨੇ ਇਹ ਅੰਮ੍ਰਿਤ ਵਰਗੀ ਬਾਣੀ ਪਾਤਸ਼ਾਹ ਦੀ ਰਸਨਾ ਤੋਂ ਉਚਰੀ ਗਈ। ਜੋ ਪਈ ਜਬ ਇਹ ਸ਼੍ਰੀ ਗੁਰ ਸ਼ਬਦ ਬਖਾਨਾ, ਜਦੋਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ, ਗਾਇਨ ਕੀਤਾ, ਤੂਸ਼ਨ ਹੋਤ ਪਇਓ ਮਰਦਾਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਸੁਣ ਕੇ ਚੁੱਪ ਹੋ ਗਏ, ਮੁੜ ਕੇ ਨੇ ਉਹਨਾਂ ਨੇ ਕੋਈ ਜਵਾਬ ਦਿੱਤਾ। ਨਿਕਸ ਉਜਾੜ ਵਹਿਰ ਜਬ ਗਏ, ਉਸ ਉਜਾੜ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਾਫੀ ਦੂਰ ਤਾਈਂ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਸਨ ਵੀ ਇਹ ਜਿਹੜੀ ਬਣਾਈ ਦੁਨੀਆ ਰੱਬ ਦੀ, ਮਰਦਾਨਿਆਂ ਤੈਨੂੰ ਦਿਸਦਾ ਵੀ ਉਜਾੜ ਹੈ, ਇਹਦੇ ਵਿੱਚ ਵੀ ਤਾਂ ਰੱਬ ਦੇ ਪਿਆਰੇ ਕਿਤੇ ਬੈਠੇ ਰੱਬ ਰੱਬ ਕਰਦੇ ਪਏ ਹੋਣਗੇ। ਯਾਨੀ ਕਿ ਇਹ ਦੱਸਣਾ ਚਾਹੁੰਦੇ ਸੀ ਵੀ ਉਹਦੀ ਬਣਾਈ ਕੁਦਰਤ ਕਿਤੇ ਵੀ ਨਿਸ਼ਫਲ ਨਹੀਂ ਹੈ। ਅਸੀਂ ਕਹਿ ਦਿੰਦੇ ਆਹ ਚੀਜ਼ ਰੱਬ ਨੇ ਖਬਰੇ ਕਾਹਨੂੰ ਬਣਾਈ ਹੈ। ਕਈ ਵਸਤੂਆਂ ਵੇਖ ਕੇ ਨਾ ਅਸੀਂ ਕਹਿ ਦਿੰਦੇ ਆ ਆਹ ਚੀਜ਼ ਬਿਨਾਂ ਪਤਾ ਨਹੀਂ ਰੱਬ ਦਾ ਕੀ ਥੁੜਿਆ ਸੀ, ਇਹ ਹਰੇਕ ਉਹਨੂੰ ਬਣਾਈ ਹੈ। ਰੱਬ ਤਾਂ ਇਹ ਵੀ ਸੋਚਦਾ ਹੋਣਾ ਵੀ ਤੈਨੂੰ ਬਣਾ ਕੇ ਖਬਰੇ ਮੈਂ ਕੀ ਖੱਟਣਾ ਸੀ, ਉਹ ਤਾਂ ਇਹ ਵੀ ਸੋਚ ਲੈਂਦਾ ਹੋਣਾ ਵੀ ਤੇਰੇ ਬਿਨਾਂ ਕੀ ਥੁੜਿਆ ਸੀ। ਜੇ ਤੇਰੀ ਹੋਂਦ ਚਾਹੀਦੀ ਏ ਸੰਸਾਰ ਵਿੱਚ, ਤੂੰ ਕਹਿਣਾ ਵੀ ਮੈਂ ਚਾਹੀਦਾ ਸੀ ਸੰਸਾਰ 'ਚ, ਤੇ ਰੱਬ ਨੇ ਜੋ ਜੋ ਬਣਾਇਆ ਫਿਰ ਉਹ ਵੀ ਚਾਹੀਦਾ ਸੀ। ਇਸ ਕਰਕੇ ਬਚਨ ਕਰਨ ਤੋਂ ਪਹਿਲਾਂ ਸੋਚ ਲਿਆ ਕਰ ਵੀ ਮੈਂ ਕੀ ਪਿਆ ਆਖਦਾ, ਮੈਂ ਕੀ ਪਿਆ ਕਹਿਣਾ। ਉਜਾੜ ਕਹਿ ਰਹੇ ਸੀ ਭਾਈ ਮਰਦਾਨਾ ਜੀ ਵੀ ਇਹ ਕਿਹੜੇ ਕੰਮ ਦਾ ਮਹਾਰਾਜ, ਇੱਥੇ ਕੋਈ ਹੈ ਹੀ ਨਹੀਂ। ਪਾਤਸ਼ਾਹ ਕਹਿੰਦੇ ਇਹ ਕਿਉਂ ਨਹੀਂ ਕੰਮ ਦੇ ਮਰਦਾਨਿਆਂ, ਨਿਰੰਕਾਰ ਦੀ ਬਣਾਈ ਹਰ ਸ਼ੈ ਕੰਮ ਦੀ ਹੈ। ਇਹਨਾਂ ਵਿੱਚ ਵੀ ਕਿਤਨੇ ਕਿਤਨੇ ਜੋਗੀ ਜਤੀ ਹੋ ਬੈਠੇ ਹੋਣਗੇ, ਪਹਿਲਾਂ ਹੁਣ ਵੀ ਹੋਣਗੇ।
ਨਿਰੰਕਾਰ ਪਰਮੇਸ਼ਰ ਨੇ ਵਿਧਾਤੇ ਨੇ ਜੋ ਬਣਾਇਆ ਭਲਾ ਹੀ ਬਣਾਇਆ। ਭਾਈ ਮਰਦਾਨਾ ਜੀ ਸੁਣ ਕੇ ਸਮਝ ਗਏ ਸਭ ਕੁਝ, ਸ਼ਬਦ ਸੁਣਦੇ ਹੀ ਸਮਝ ਗਏ, ਕੁਝ ਨਹੀਂ ਬੋਲੇ। ਔਰ ਗਰੀਬ ਨਵਾਜ ਪਾਤਸ਼ਾਹ ਇਸ ਜੰਗਲ ਚੋਂ ਨਿਕਲ ਕੇ ਅੱਗੇ ਆਏ। ਇੱਕ ਪਿੰਡ ਇੱਕ ਗ੍ਰਾਮ ਆਇਆ। ਗ੍ਰਾਮ ਏਕ ਤਬ ਦੇਖਤ ਪਏ। ਇੱਕ ਗ੍ਰਾਮ ਇੱਕ ਪਿੰਡ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿਗਾਹ ਪਿਆ। ਸਭ ਬੰਚਕ ਕੇ ਘਰ ਤੈ ਮਾਈ। ਇਹ ਪਿੰਡ ਉਹ ਪਿੰਡ ਆ ਜਿਹਦੇ ਚ ਸਾਰੇ ਠੱਗ ਰਹਿੰਦੇ ਆ। ਹੁਣ ਤੂੰ ਦੱਸ ਮਰਦਾਨਿਆ, ਇਹ ਪਿੰਡ ਹੈ ਜਿਹਦੇ ਚ ਸਾਰੇ ਠੱਗ ਰਹਿੰਦੇ ਆ। ਜਿਹੜਾ ਉਜਾੜ ਸੀ ਤੂੰ ਕਹਿੰਦਾ ਸੀ ਉਜਾੜ ਹੈ, ਪਰ ਉਹ ਰੱਬ ਦੇ ਪਿਆਰਿਆਂ ਦੇ ਵਸਣ ਵਾਲੀਆਂ ਥਾਵਾਂ ਉਹ ਭਲੀਆਂ ਸਨ। ਤੇ ਜਿੱਥੇ ਸਾਰੇ ਠੱਗ ਰਹਿੰਦੇ ਨੇ, ਭਾਵੇਂ ਪਿੰਡ ਦਿਸਦਾ, ਇਹ ਪਿੰਡ ਨਹੀਂ ਉਜਾੜ ਹੈ। ਉਹਨਾਂ ਠੱਗਾਂ ਦਾ ਜਿਵੇਂ ਪਾਰ ਉਤਾਰਾ ਸਤਿਗੁਰੂ ਜੀ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ, ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਬੀਤ ਹੈ ਅਪਰੰਪਰ ਹਰ ਹਰੇ ਪੀਓ ਅਣਹਾਰ ਏ ਸੰਤ ਕੈ ਸਦਾ ਸੰਗ ਧਾਰਾ ਆਧਾਰ ਏ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜਾ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ